विरसा सिख विरसा जान है साडी, इसनू सारे प्यार करो। सब तेरी वड्याई कोई नाहू ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਦੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਓ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਨਗਰੀ 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 ਅਸਪਤ ਗਜਪਤ ਨਰ ਹੈ ਨਰਿੰਦ, ਅਸਪਤ ਗਜਪਤ ਅਸਪਤ ਗਜਪਤ ਨਰ ਹੈ ਨਰਿੰਦ, ਅਸਪਤ ਗਜਪਤ ਨਰ ਨਰਿੰਦ, ਨਰ ਹੈ ਨਰਿੰਦ ਨਾਮੇ ਜਸਾਨੀ स्वामी मीर मुकंद मीर मुकंद मीर मुकंद नर है नरिंद असपत गजपत
नर है नरिंद, नर है नरिंद असपत गजपत, नर है नरिंद असपत गजपत, नर है नरिंद नाम च स्वामी मीर मुकंद, नाम च स्वामी मीर मुकंद, मिठ तेरे बोल तेरे बोल, मिठ तेरे बोल तेरे बोल, मिठ तेरे बोल तेरे बोल, खूब तेरी पगरी, खूब तेरी पगरी, मिठ तेरे बोल तेरे बोल, मिठ तेरे बोल तेरे बोल, मिठ तेरे बोल, मिठ तेरे बोल, मिठ तेरे बोल, बोल बोल। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਅੱਜ ਐਤਵਾਰ ਦਾ ਦਿਨ ਹੈ 13 ਕੱਤਕ ਸੰਮਤ 555 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 29 ਅਕਤੂਬਰ 2023 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ। ਅਗਰ ਆਪ ਜੀ ਨੇ ਆਪਣੀਆਂ ਘੜੀਆਂ ਐਡਜਸਟ ਨਹੀਂ ਕੀਤੀਆਂ ਤੇ ਆਪਣੀ ਘੜੀ ਐਡਜਸਟ ਕਰ ਲਓ। ਜਿਹੜੇ ਕਲੌਕ ਨੇ ਯੂਕੇ ਦੇ ਵਿੱਚ ਅੱਜ 1 ਘੰਟਾ ਪਿੱਛੇ ਚਲੇ ਗਏ ਨੇ। ਤੇ ਆਓ ਹੁਣ ਸੁਣਦੇ ਹਾਂ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਅੱਜ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸੁਭਾ ਬਖਸ਼ਿਸ਼ ਕੀਤਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। कलयुग का धर्म कहो तुम भाई, केव छूटाम छुट काकी। हर हर जप बेड़ी हर तुलहा, हर जपियो तरा तो राकी। कलयुग का धर्म कहो तुम भाई, केव छूटा हम छुट काकी। हर हर जप बेड़ी हर तुला, हर जपियो तरा तो राकी। हर जी लाज रखो हर जन की, हर हर जपन जपावो अपना। हम मागी भगत काकी, हर की सेवका से हर प्यारे, जिन जपियो हर बचना की। लेखा चित्र गुप्त जो लिखिया, सब छूटी जम की बाकी। हर की संता जपियो मन हर हरा, लग संगत साध जना की। दिनी अर सूरा कृष्णा अगन बुझानी, शिव चरे ओ चंद चंदाकी। तुम बड़ पुरख बड़ अगम अगोचारा, तुम आपे आप अपाकी।
ਜਨ ਨਾਨਕ ਪ੍ਰਭ ਕਿਰਪਾ ਕੀਜੈ। ਕਰ ਦਾਸਨ ਦਾਸ ਦਸਾਕੀ ਤੁਮ ਬੜ ਪੁਰਖ ਬੜ ਅਗਮ ਗੋਚਰ। ਤੁਮ ਆਪੇ ਆਪ ਅਪਾਕੀ ਜਨ ਨਾਨਕ ਪ੍ਰਭ ਕਿਰਪਾ ਕੀਜੈ। ਕਰ ਦਾਸਨ ਦਾਸ ਦਸਾਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਚੌਥਾ। ਕਲਯੁਗ ਕਾ ਧਰਮ ਕਹੋ ਤੁਮ ਭਾਈ। ਕਿਵ ਛੁਟ ਹੈ ਹਮ ਛੁਟ ਕਾਕੀ। ਹਰ ਹਰ ਜਪ ਬੀੜੀ ਹਰ ਤੁਲਹਾ। ਹਰ ਜਪਿਓ ਤਰ ਤੁਰਾਕੀ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕੀਤੀ ਹੈ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬਖਸ਼ਿਸ਼ ਕੀਤਾ ਹੈ। ਅੱਜ ਦਾ ਹੁਕਮਨਾਮਾ ਰਾਗ ਧਨਾਸਰੀ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 668 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਧਨਾਸਰੀ ਮਹੱਲਾ ਚੌਥਾ। ਹੇ ਭਾਈ, ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝਮੇਲਿਆਂ ਦੇ ਵਿੱਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝਮੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ ਮੈਂ ਕਿਵੇਂ ਬਚਾਂ। ਤੇ ਸਤਿਗੁਰੂ ਜੀ ਉੱਤਰ ਦਿੰਦੇ ਨੇ, ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰੀ ਨਾਮ ਜਪਿਆ ਉਹ ਤਾਰੂ ਬਣ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਹੈ। ਹੇ ਪ੍ਰਭੂ ਜੀ, ਦੁਨੀਆ ਦੇ ਵਿਕਾਰਾਂ ਦੇ ਝਮੇਲਿਆਂ ਦੇ ਵਿੱਚੋਂ ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ, ਮੈਨੂੰ ਆਪਣਾ ਨਾਮ ਜਪਣ ਦੀ ਸਮਰੱਥਾ ਦੇ। ਮੈਂ ਤੇਰੇ ਪਾਸੋਂ ਸਿਰਫ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ। ਸਤਿਗੁਰੂ ਜੀ ਰਹਾਉ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਭਾਈ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਨੇ। ਚਿੱਤਰਗੁਪਤ ਨੇ ਜਿਹੜਾ ਵੀ ਉਹਨਾਂ ਦੇ ਕਰਮਾਂ ਦਾ ਲੇਖ ਲਿਖ ਰੱਖਿਆ ਸੀ, ਧਰਮ ਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ। ਹੇ ਭਾਈ, ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਉਹਨਾਂ ਦੇ ਅੰਦਰ ਕਲਿਆਣ ਰੂਪ ਪਰਮਾਤਮਾ ਪ੍ਰਗਟ ਹੋ ਪਿਆ। ਮਨ ਨੂੰ ਠੰਡਕ ਪਹੁੰਚਾਉਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਜਿਸ ਨੇ ਵਿਕਾਰਾਂ ਦਾ ਤਪਦਾ ਸੂਰਜ ਸ਼ਾਂਤ ਕਰ ਦਿੱਤਾ। ਹੇ ਪ੍ਰਭੂ, ਤੂੰ ਸਭ ਤੋਂ ਵੱਡਾ ਹੈ, ਤੂੰ ਸਰਵ ਵਿਆਪਕ ਹੈ, ਤੂੰ ਅਪਹੁੰਚ ਹੈ। ਗਿਆਨ ਇੰਦਰੀਆਂ ਦੀ ਰਾਹੀਂ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ। ਤੂੰ ਹਰ ਥਾਂ ਆਪ ਹੀ ਆਪ ਹੈ। ਹੇ ਪ੍ਰਭੂ, ਆਪਣੇ ਦਾਸ ਨਾਨਕ ਉੱਤੇ ਮਿਹਰ ਕਰ ਤੇ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਰਾਗ ਸੂਹੀ ਦੇ ਵਿੱਚ, ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਲਾਲਨ ਰਾਵ ਕਵਨ ਗਤੀ ਕਵਨ ਗਤੀ ਹੀਰੀ
लालन राव्या लालीन राव पवन गति लालन राव्या पवन गति लालन राव्या लालन राव्या पवन गति लालन राव्या लालन राव्या पवन गति सखी बताओ मुझे मती सखी बताओ मुझे मती लालन राव्या पवन गति लालन राव्या लालन राव्या लालन राव्या लालन राव्या कवन गति थी सखी बताओ सखी बताओ मुझे मती लालन राव्या पवन गति लालन राव्या लालन राव्या लालन राव्या लालन राव्या पवन गति सखी बताओ सखी बताओ सखी बताओ मुझे मती मुझे मती लालन राव्या पवन गति लालन राव्या पवन गति सखी बताओ मुझे मती सखी बताओ सखी बताओ सखी बताओ मुझे मती लालन राव्या पवन गति लालन राव्या सोहब सोहब सोहबी सोहब सोहब सोहबी अपने प्रीतम के रंग जती सोहब सोहब सोहबी अपने प्रीतम के रंग रती लालन राव्या पवन गति लालन राव्या पवन गति लालन राव्या पवन गति सखी बताओ मुझे मती सखी बताओ मुझे मती लालन राव्या पवन
पाव मलो संग नैन भतीरी पाव मलो संग नैन भतीरी जहाँ पटाओ जाऊं ततीरी पाव मलो संग नैन भतीरी जहाँ पटाओ जाऊं ततीरी लालन लाया कवन गदीरी लालन लाया कवन गदीरी लालन लाया कवन गदीरी सखी बताओ मुझे मती सखी बताओ सखी बताओ सखी बताओ मुझे मती लालन लाया पवन गति लालन लाया जब तब संजम देव जती जब तब संजम देव जतीरी एक निमख मिलावो भानुपति जब तब संगम देव जतीरी एक निमख मिलावो भानुपति लालन लाया कवन गतीरी लालन लाया कवन गतीरी लालन लाया कवन गतीरी सखी बताओ मुझे मती सखी बताओ मुझे मती लालन लाया कवन गतीरी लालन लाया मान तान बुद्ध घातीरी मान तान अहं बुद्ध घातीरी मान तान अहं बुद्ध घातीरी सानानक सुहागवती 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 री मानदान अहाँ बुद्ध खती सानानक सुहागवती मानदान अहाँ बुद्ध खती री मानदान अहं बुद्ध खती मानदान मनतान अह बुद्ध खतीरी खती सानानिक सोहागवती री सानानिक सोहागवती री
ਮਾਨ ਤਨ ਆਓ ਬੁੱਧ ਹਰੀ ਸਾਨਾਨਿਕ ਲੋ ਭਗਵਤੀ ਲਾਲਨ ਰਾਇਆ ਕਵਨ ਗਤੀ ਲਾਲਨ ਰਾਇਆ ਕਵਨ ਗਤੀ ਲਾਲਨ ਰਾਇਆ ਕਵਨ ਗਤੀ ਸਖੀ ਬਤਾਓ ਮੁਝੇ ਮਤੀ ਸਖੀ ਬਤਾਓ ਸਖੀ ਬਤਾਓ ਸਖੀ ਬਤਾਓ ਮੁਝੇ ਮਤੀ ਲਾਲਨ ਰਾਇਆ ਕਵਨ ਗਤੀ ਲਾਲਨ ਰਾਇਆ ਕਵਨ ਗਤੀ ਹੀਰੀ ਕਵਨ ਗਤੀ। ਹਾਂਜੀ, ਇਹ ਸਨ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ 4th Mahal। Tell me, O siblings of destiny, the religion of the dark age of Kali Yuga. I seek an emancipation. How can I be emancipated? Meditation on the Lord Har Har is the boat, the raft. Meditating on the Lord, the swimmers swim across. O dear Lord, protect and preserve the honor of your humble servant. O Lord Har Har, please make me chant the chant of your name. I beg only for your devotional worship. Pause. The Lord's servants are very dear to the Lord. They chant the word of the Lord's Bani. The account of recording angels Chitra and Gupta, and the account with the messenger of death is totally erased. The saints of the Lord meditate on the Lord in their mind. They join the Sadh Sangat, the company of the holy. The piercing sun of desires has set, and the cool moon has risen. You are the greatest being, absolutely unapproachable and unfathomable. You created the universe from your own being. O God, take pity on servant Nanak and make him the slave of your slaves. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਰਾਗ ਧਨਾਸਰੀ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ਬਦ, ਜਿਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਇਸ ਸੰਸਾਰ ਸਮੁੰਦਰ ਸਾਗਰ ਤੋਂ ਜਿਹੜਾ ਕਿ ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਮਨ ਦੇ ਵਿੱਚ ਉੱਠਦੀਆਂ ਹਨ, ਉਹ ਸਮੁੰਦਰ ਹੈ। ਉਸ ਤੋਂ ਇੱਕੋ ਹੀ ਬਚਾਅ ਹੈ, ਉਸ ਪਰਮਾਤਮਾ ਦਾ ਨਾਮ ਤੇ ਉਸ ਨਾਮ ਦੀ ਬੇੜੀ ਤੇ ਉਸ ਨਾਮ ਦਾ ਚੱਪੂ ਲਾ ਕੇ ਅਸੀਂ ਇਹਦੇ ਵਿੱਚੋਂ ਭਵ ਸਾਗਰ ਦੇ ਵਿੱਚੋਂ ਪਾਰ ਹੋਣਾ ਹੈ। ਵਾਹਿਗੁਰੂ ਸਭ ਤੇ ਕਿਰਪਾ ਕਰੇ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। राम हम सतगुर लाले कांडे, 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 हम सतगुर लाले कांडे, हम सतगुर लाले कांडे, राम हम सतगुर लाले कांडे, राम हम
लाले कांडे, हम सतगुर लाले कांडे, हम सतगुर लाले कांडे। राम हम राम हम राम हम सतगुर लाले कांडे, राम हम सतगुर लाले कांडे। मनुआ खिन नाटिके, एह मनुआ खिन नाटिके, बहुरंगी तह तह दिस चल चल हांडे, बहुरंगी तह तह दिस चल चल हांडे। गुरपुरा पाया वट पागी, गुरपुरा हर मंदिर दिया मन ठाणे। राम हम सतगुर लाले कांडे, राम हम सतगुर लाले कांडे, हम सतगुर लाले कांडे। राम हम सतगुर लाले कांडे, राम हम सतगुर लाले कांडे। हमरे मस्तक दाग दगाना, हमरे मस्तक दाग दगाना, हम कार्ज गुरु बासांडे, हम कार्ज गुरु बासांडे। पर उपकार पुन बह किया, पर उपकार पुन बह किया, तो दूतर पार परांडे। राम हम सतगुर लाले कांडे, राम हम सतगुर लाले कांडे। जिनको प्रीत हृदय हर नाही, जिनको प्रीत हृदय हर नाही, तिन पूरे गानन गांडे, तिन पूरे गानन गांडे। जो पानी कागज बिन सजात है, पानी कागज बिन सजात है, मन मुख गर्भ कलांडे। राम हम सतगुर लाले कांडे, राम हम सतगुर लाले कांडे, हम सतगुर लाले कांडे। राम हम सतगुर लाले कांडे, राम हम सतगुर लाले कांडे। हम जाने कछु न जाने आगे, जाने कछु न जाने आगे, जो हर राखे त्यों ठांडे, जो हर राखे त्यों ठांडे। हम भूल चूक गुर कृपा तारो, भूल चूक गुर
ਜਨ ਨਾਨਕ ਕੁਤਰੇ ਕਾਂਡੇ ਰਾਮ ਹਮ ਸਤਿਗੁਰ ਲਾਲੇ ਕਾਂਡੇ ਰਾਮ ਹਮ ਸਤਿਗੁਰ ਲਾਲੇ ਕਾਂਡੇ ਹਮ ਸਤਿਗੁਰ ਲਾਲੇ ਕਾਂਡੇ ਰਾਮ ਹਮ ਸਤਿਗੁਰ ਲਾਲੇ ਕਾਂਡੇ ਰਾਮ ਹਮ ਸਤਿਗੁਰ ਲਾਲੇ ਕਾਂਡੇ ਹਮ ਸਤਿਗੁਰ ਲਾਲੇ ਕਾਂਡੇ ਰਾਮ 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 ਹਮ ਸਤਿਗੁਰ ਲਾਲੇ ਕਾਂਡੇ ਵਾਹਿਗੁਰੂ। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਕੱਲ ਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਅਵਤਾਰ ਪੁਰਬ ਹੈ। ਆਓ ਇੱਕ ਸ਼ਬਦ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੀ ਉਸਤਤ ਦੇ ਵਿੱਚ ਸਰਵਣ ਕਰਦੇ ਹਾਂ। ਤਨ ਤਨ ਰਾਮਦਾਸ ਗੁਰੂ ਤਨ ਤਨ ਰਾਮਦਾਸ ਗੁਰੂ ਜਿਨ ਸਿਰਿਆ ਤਿਨ ਸਵਾਰਿਆ ਜਿਨ ਸਿਰਿਆ ਤਿਨ ਸਵਾਰਿਆ ਤਨ ਤਨ ਰਾਮਦਾਸ ਗੁਰੂ ਤਨ ਤਨ ਰਾਮਦਾਸ ਗੁਰੂ ਜਿਨ ਸਿਰਿਆ ਤਿਨ ਸਵਾਰਿਆ ਜਿਨ ਸਿਰਿਆ ਤਿਨ ਸਵਾਰਿਆ ਤਨ ਤਨ ਰਾਮਦਾਸ ਗੁਰੂ ਤਨ ਤਨ ਰਾਮਦਾਸ ਗੁਰੂ। ਪੂਰੀ ਹੋਈ ਕਰਾਮਾਤ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਤਾਰਿਆ ਆਪ ਸਿਰਜਣਹਾਰੈ ਤਾਰਿਆ ਸਿੱਖਿਅਤ ਸੰਗਤੀ ਸਿੱਖਿਅਤ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਪਾਰ ਬ੍ਰਹਮ ਕਰ ਨਮਸਕਾਰਿਆ ਤਨ ਤਨ ਰਾਮਦਾਸ ਗੁਰੂ ਤਨ ਤਨ ਰਾਮਦਾਸ ਗੁਰੂ ਜਿਨ ਸਿਰਿਆ ਤਿਨ ਸਵਾਰਿਆ ਜਿਨ ਸਿਰਿਆ ਤਿਨ ਸਵਾਰਿਆ ਤਨ ਤਨ ਰਾਮਦਾਸ ਗੁਰੂ ਤਨ ਤਨ ਰਾਮਦਾਸ ਗੁਰੂ ਜਿਨ ਸਿਰਿਆ ਤਿਨ ਸਵਾਰਿਆ ਜਿਨ ਸਿਰਿਆ ਤਿਨ ਸਵਾਰਿਆ ਤਨ ਤਨ ਰਾਮਦਾਸ ਗੁਰੂ ਤਨ ਤਨ ਰਾਮਦਾਸ ਗੁਰੂ। ਅਟਲ ਅਥਾ ਤੋਲ ਤੂੰ ਅਟਲ ਅਥਾ ਤੋਲ ਤੂੰ ਤੇਰਾ ਅੰਤ ਨਾ ਪਾਰਾਵਾਰਿਆ ਤੇਰਾ ਅੰਤ ਨਾ ਪਾਰਾਵਾਰਿਆ ਜਿਨੇ ਤੂੰ ਸੇਵਿਆ ਪਾਉ ਕਰ
लब लोभ काम क्रोध मोह, लब लोभ काम क्रोध मोह, मार कढे तुध सपरवारिया, मार कढे तुध सपरवारिया। तन सो तेरा थान है, तन सो तेरा थान है, सच तेरा पैसकारिया, सच तेरा पैसकारिया। तन तन रामदास गुर, तन तन रामदास गुर, जिन सिरया तिन सवारिया, जिन सिरया तिन सवारिया। तन तन रामदास गुर, तन तन रामदास गुर। नानक तू लहड़ा तू है, नानक तू लहड़ा तू है, गुर अमर तू विचारिया, गुर अमर तू विचारिया। गुर डिठा ता मन साधारिया। तन तन रामदास गुर, तन तन रामदास गुर, जिन सिरया तिन सवारिया, जिन सिरया तिन सवारिया। तन तन रामदास गुर, तन तन रामदास गुर, जिन सिरया तिन सवारिया, जिन सिरया तिन सवारिया। तन तन रामदास गुर, तन तन रामदास गुर। पूरी होई करामात, पूरी होई करामात, आप सिरजनहारै तारिया, आप सिरजनहारै तारिया। सिੱਖੀ ਅਤੇ ਸੰਗਤੀ, ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰ ਨਮਸਕਾਰਿਆ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਜਿਨ ਸਿਰਆ ਤਿਨ ਸਵਾਰਿਆ, ਜਿਨ ਸਿਰਆ ਤਿਨ ਸਵਾਰਿਆ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਜਿਨ ਸਿਰਆ ਤਿਨ ਸਵਾਰਿਆ, ਜਿਨ ਸਿਰਆ ਤਿਨ ਸਵਾਰਿਆ। ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ, ਤਨ ਤਨ ਰਾਮਦਾਸ ਗੁਰ। ਵਾਹਿਗੁਰੂ। 97.3 FM ਤੇ ਆਪ ਜੀ ਸਰਵਣ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਆਓ ਆਪਣੀਆਂ ਲੜੀਵਾਰ ਵਿਚਾਰਾਂ ਜਿਹੜੀਆਂ ਨੇ
ਉਹਨਾਂ ਨੂੰ ਸ਼ੁਰੂ ਕਰਦੇ ਹਾਂ। ਤੇ ਜਿਵੇਂ ਕਿ ਸਰੋਤੇ ਜਾਣਦੇ ਨੇ ਕਿ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੀ ਕਿਤਾਬ ਹੈ ਕਥਾ ਪੁਰਾਤਨ ਇਉਂ ਸੁਣੀ ਸਤਵੀਰ ਸਿੰਘ ਜੀ ਹੋਰਾਂ ਦੀ ਲਿਖੀ ਹੋਈ, ਉਹਦੇ ਵਿੱਚੋਂ ਲੜੀਵਾਰ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਹਾਂ। ਤੇ ਇਹ ਜਿਹੜੀਆਂ ਵਿਚਾਰਾਂ ਨੇ ਪੁਰਾਤਨ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ ਨੂੰ ਆਧਾਰ ਬਣਾ ਕੇ ਸਤਵੀਰ ਸਿੰਘ ਜੀ ਹੋਰਾਂ ਨੇ ਲਿਖੀਆਂ ਨੇ। ਤੇ ਗੁਰਬਿਲਾਸ ਪਾਤਸ਼ਾਹੀ 6ਵੀਂ ਉਹਦੇ ਜਿਹੜਾ ਅਧਿਆਏ 7ਵਾਂ ਤੇ 8ਵਾਂ ਹੈ ਉਹਨੂੰ ਆਧਾਰ ਬਣਾ ਕੇ ਇਹ ਲੇਖਕ ਨੇ ਇਹ ਜਿਹੜੀਆਂ ਅੱਜ ਦੀਆਂ ਜਿਹੜੀਆਂ ਅਸੀਂ ਸਤਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਉਹ ਲਿਖੀਆਂ ਨੇ। ਇਸ ਜਿਹੜੇ 7ਵੇਂ ਤੇ 8ਵੇਂ ਅਧਿਆਏ ਹੈ ਇਹਦੇ ਵਿੱਚ ਸ਼ਹੀਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਰਚਨਾ ਅਕਾਲ ਤਖ਼ਤ ਦੀ ਗੁਰੂ ਹਰਗੋਬਿੰਦ ਜੀ ਉਹਨਾਂ ਦੀ ਫਿਰ ਬਾਅਦ ਦੇ ਵਿੱਚ ਗ੍ਰਿਫਤਾਰੀ, ਰਿਹਾਈ ਤੇ ਹੋਰ ਬਿਰਤਾਂਤ ਜਿਹੜੇ ਆ ਉਹ ਉਹਨਾਂ ਨੇ ਲਿਖੇ ਨੇ ਇਸ ਚੌਥੇ ਅਧਿਆਏ ਦੇ ਵਿੱਚ ਕਿਤਾਬ ਦੇ। ਆਪ ਲਿਖਦੇ ਨੇ, ਬਾਬਾ ਮਹਾਦੇਵ ਨੇ ਗੁਰੂ ਅਰਜਨ ਦੇਵ ਜੀ ਪਾਸ ਆ ਕੇ ਖਿਮਾ ਮੰਗੀ ਕਿ ਆਪ ਜੀ ਨੂੰ ਨਿਰਾ ਭਰਾ ਜਾਣ ਕੇ ਹੀ ਉਸਨੇ ਵਰਤਾਵਾ ਕੀਤਾ ਹੈ, ਉਸ ਲਈ ਖਿਮਾ ਬਖਸ਼ੋ। ਮੇਰੇ ਮਨ, ਮੇਰੀ ਬੁੱਧੀ ਤੇ ਮੇਰੇ ਗਿਆਨ ਤੇ ਮਾਇਆ ਦਾ ਪ੍ਰਭਾਵ ਪਿਆ ਹੋਇਆ ਸੀ। ਮੈਂ ਆਪ ਜੀ ਨੂੰ ਨਿਰਾ ਭਰਾ ਹੀ ਸਮਝਦਾ ਰਿਹਾ, ਗੁਰੂ ਕਰਕੇ ਆਪ ਜੀ ਨੂੰ ਨਾ ਜਾਣਿਆ। ਗੁਰੂ ਜੀ ਨੇ ਕਿਹਾ, ਮਹਾਦੇਵ ਜੀ, ਜਿਸ ਨੇ ਵਾਹਿਗੁਰੂ ਨੂੰ ਪਛਾਣ ਲਿਆ ਹੈ ਉਹ ਉਹੋ ਜਿਹਾ ਹੀ ਹੋ ਗਿਆ ਹੈ, ਜਿਨ ਜਾਤਾ ਸੋ ਤਿਸ ਹੀ ਜਿਹਾ। ਇਹ ਸੁਣਦੇ ਹੀ ਮਹਾਦੇਵ ਜੀ ਨੇ ਕਿਹਾ ਕਿ ਆਪ ਜੀ ਦੇ ਬਚਨ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਸੂਰਜ ਸਮਾਨ ਅੰਦਰ ਪ੍ਰਕਾਸ਼ ਕਰ ਦਿੰਦੇ ਨੇ। 7ਵੇਂ ਅਧਿਆਏ ਦੇ ਵਿੱਚ ਲੇਖਕ ਲਿਖਦਾ ਹੈ, ਹੇ ਗੁਰ ਤੁਮ ਰਬ ਬਚ ਕਿਰਨਾ ਕਰ, ਰਿੱਧ ਵਿਗਾਸ ਅਗਿਆਨ ਤਿਮਰ ਹਰ। ਮੇਰੀ ਇੱਕ ਹੀ ਇੱਛਾ ਹੈ ਕਿ ਗੁਰੂ ਨਾਨਕ ਦੇ ਚਰਨਾਂ ਵਿੱਚ ਵਾਸਾ ਹੋਵੇ। ਮਹਾਰਾਜ ਨੇ ਕਿਹਾ, ਤੁਸੀਂ ਰਤਾ ਭਰ ਫਿਕਰ ਨਹੀਂ ਕਰਨਾ, ਤੁਹਾਡੇ ਸਭ ਦੁੱਖ ਦੂਰ ਹੋ ਗਏ ਹਨ। 8 ਪੈਰ ਹੋਰ ਸਵਾਸ ਹਨ ਤੁਹਾਡੇ ਕੋਲ। ਗੁਰੂ ਅਮਰਦਾਸ ਜੀ ਨੇ ਬਾਉਲੀ ਇਸ ਲਈ ਹੀ ਬਣਾਈ ਸੀ ਕਿ ਇਸ਼ਨਾਨ ਕਰਕੇ ਇਕਾਂਤ ਵਿੱਚ ਬੈਠ ਕੇ 84 ਜਪਜੀ ਦਾ ਕੋਈ ਪਾਠ ਕਰੇ ਤਾਂ ਉਸ ਦੀ 84 ਕੱਟੀ ਜਾਵੇ। ਪਾਠ ਕਰੇ ਇੱਕ ਚਿਤ ਸੁਧ ਨਰ, 84 ਤਿਹ ਮਿਟੈ ਜਨਮ ਮਰ। ਜਪਜੀ ਪਾਠ ਸੁਧ ਤੁਮ ਕਰੋ, ਗੁਰੂ ਨਾਨਕ ਪਦ ਨਿਸ਼ਚੈ ਧਰੋ। ਮਹਾਦੇਵ ਜੀ ਨੇ ਅਜਿਹਾ ਹੀ ਕੀਤਾ। 7 ਪਹਿਰਾਂ ਦੇ ਵਿੱਚ ਹੀ ਜਪਜੀ ਦੇ ਪਾਠ ਕਰਕੇ ਉੱਪਰਲੀ ਪੌੜੀ ਤੇ ਮੱਥਾ ਟੇਕਿਆ ਤੇ ਪ੍ਰਾਣ ਤਿਆਗ ਦਿੱਤੇ। ਮਹਾਰਾਜ ਨੇ ਬਲਵੰਡ ਜੀ ਨੂੰ ਕਿਹਾ ਕਿ ਵਡਹੰਸ ਵਾਰ ਪ੍ਰਥਮੇ ਪੜ ਭਾਈ, ਬਹਿੜੋ ਮਾਰੂ ਡਖਣੇ ਬਾਰ। ਇਹ ਸੁਣਨ ਦੇ ਨਾਲ ਕੋਈ ਗੁਜਰੇ ਤਾਂ ਧੀਰਜ ਵੱਜਦਾ ਹੈ। ਫਿਰ ਚੰਦਨ ਦੀ ਚਿਤਾ ਤੇ ਰੱਖ ਕੇ ਸੰਸਕਾਰ ਕੀਤਾ ਗਿਆ। ਮਹਾਰਾਜ ਨੇ ਆਪ ਹੀ ਲੰਬੂ ਲਾਇਆ। ਚਿਖਾ ਜਲਦੀ ਪਈ ਸੀ ਕਿ ਗੁਰੂ ਜੀ ਨੇ ਉੱਥੇ ਹੀ ਦੀਵਾਨ ਲਗਾਇਆ ਤੇ ਸੋਹਲੇ ਦਾ ਪਾਠ ਕਰਕੇ ਮੁੜੇ ਤੇ ਫਿਰ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਕਰ ਅਰਦਾਸ ਕੜਾਹ ਵਰਤਾਇਓ। ਦੂਸਰੇ ਦਿਨ ਸਾਰੀ ਭਸਮ ਬਿਆਸਾ ਦੇ ਵਿੱਚ ਪਾ ਦਿੱਤੀ ਗਈ। ਅੰਮ੍ਰਿਤਸਰ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਰਖਵਾ ਦਿੱਤਾ ਤੇ 13ਵੇਂ ਦਿਨ ਭੋਗ ਪਾਇਆ ਗਿਆ। ਭਾਈ ਮਹਾਦੇਵ ਜੀ 55 ਸਾਲ ਦੇ ਹੋ ਕੇ ਗੁਜਰੇ ਸਨ। ਜਹਾਂਗੀਰ ਪਾਸ ਚੰਦੂ ਨੇ ਇੱਕ ਸ਼ਿਕਾਇਤ ਇਹ ਕੀਤੀ ਕਿ ਗੁਰੂ ਅਰਜਨ ਪਾਸ ਧਾੜਵੀ ਪਨਾਹ ਲੈਂਦੇ ਨੇ। ਰਾਖੈ ਚੋਰ ਨਿਕਟ ਬਹਿ ਨਿਸਦਨ, ਕਰਾਵਤ ਚੋਰੀ ਅਦਕ ਸੋ, ਹਿਰੈ ਸੋ ਦਰਬ ਅਪਾਰ। ਤੇ ਇੱਥੇ ਇਸੇ ਹੀ ਟਾਈਮ ਦੇ ਵਿੱਚ ਸੁਲਭੀ ਚੜ ਕੇ ਆਇਆ ਤੇ ਆਪਣੇ ਚਾਚੇ ਸੁਲਹੀ ਦਾ ਬਦਲਾ ਲੈਣ ਵਾਸਤੇ। ਉਸ ਦੇ ਦਿਲ ਵਿੱਚ ਸੀ ਕਿ ਬਾਦਸ਼ਾਹ ਨੂੰ ਕੀ ਪਤਾ ਲੱਗਣਾ ਹੈ। ਜਦ ਅੰਮ੍ਰਿਤਸਰ ਵੱਲ ਆ ਰਿਹਾ ਸੀ ਤਾਂ ਅੱਗੋਂ ਸੈਯਦ ਮਿਲੇ ਜੋ ਸੁਲਹੀ ਦੀ ਨੌਕਰੀ ਕਰਦੇ ਸਨ, ਪਰ ਤਨਖਾਹ ਨਾ ਮਿਲਣ ਕਰਕੇ ਬਦਲਾ ਲੈਣਾ ਲੋੜਦੇ ਸਨ। ਸੁਲਭੀ
ਜਿਸ ਦਾ ਚਾਚਾ ਸੁਲਹੀ ਸੀ, ਉਸ ਨੂੰ ਆਉਂਦਿਆਂ ਵੇਖਿਆ ਤੇ ਫੌਜੀਆਂ ਨੇ ਉਸ ਨੂੰ ਘੋੜੇ ਤੋਂ ਉਤਾਰ ਲਿਆ ਤੇ ਕਿਹਾ, ਸਾਡੀ ਤਨਖਾਹ ਦੇ ਜੇ ਜਾਨ ਚਾਹੁੰਦਾ ਹੈ ਤੇ। ਉਸ ਕਿਹਾ ਕਿ ਲਾਹੌਰ ਜਾ ਕੇ ਚੰਦੂ ਕੋਲੋਂ ਦਵਾ ਦੇਵਾਂਗਾ, ਪਰ ਉਹਨਾਂ ਨੇ ਆ ਦੇਖਿਆ ਨਾ ਤਾਂ ਯਮ ਧਰ ਮਾਰ ਕੇ ਸੁਲਭੀ ਦਾ ਪੇਟ ਪਾੜ ਦਿੱਤਾ। ਜੋ ਨਿਰਦੋਸ਼ੀਆਂ ਤੇ ਦੋਸ਼ ਲਗਾਉਂਦਾ ਹੈ ਤੇ ਫਿਰ ਗੁਰਪੀਰਾਂ ਤੇ ਉਹ ਕਦੇ ਕਾਮਯਾਬ ਨਹੀਂ ਹੁੰਦਾ। ਗੁਰਪੀਰ ਪੈ ਦੋਸ਼ੰ ਧਰੈ, ਪਹੁੰਚ ਨਾ ਸਾਕੈ ਬੀਚ ਹੀ ਮਰੈ। ਬਾਬਾ ਪਿਰਥੀ ਚੰਦ ਜੀ ਦਾ ਦੇਹਾਂਤ ਵੀ ਇਸੇ ਸਾਲ ਹੋ ਗਿਆ। ਫਰਕ ਦੇਖੋ, ਮਹਾਦੇਵ ਤਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਬਿਰਾਜੇ ਤੇ ਪਿਰਥੀ ਚੰਦ ਨਿੰਦਕ ਕਾ ਮੂੰਹ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਾ। ਕਹਿੰਦੇ ਨੇ ਕਿ ਜਦ ਪਿਰਥੀ ਚੰਦ ਪਰਲੋਕ ਗਮਨ ਹੋਇਆ ਤਾਂ ਧਰਮਰਾਜ ਨੇ ਕਿਹਾ, ਆਇਆ ਹੈ ਪਿਰਥੀਆ ਕਹਿ ਸੁਨ ਗੁਰੂ ਨਾਨਕ ਜੀ ਕਹਿਆ। ਮੂੰਹ ਕਾਲਾ ਨਹੀਂ ਆਇਆ, ਮਾਨਕ ਤਨ ਕੋ ਪਾਏ ਕੈ ਗੁਰ ਸਨ ਬੈਰ ਕਮਾਏ। ਅਕਬਰ ਉਪਰੰਤ ਜਹਾਂਗੀਰ ਤਖਤ ਤੇ ਬੈਠਿਆ। ਦਿੱਲੀ ਦੇ ਵਿੱਚ ਉਸ ਦੀਆਂ ਚਾਲਾਂ ਪ੍ਰਗਟ ਹੋ ਰਹੀਆਂ ਸਨ। ਉਸਨੇ ਅਕਬਰ ਦੀ ਨੀਤੀ ਨੂੰ ਪਲਟਾ ਦਿੱਤਾ। ਹਮ ਮਜ਼ਹਬ ਭਰਾਵਾਂ ਨੂੰ ਨਿਰੋਲ ਮੁਸਲਮਾਨ ਬਣ ਕੇ ਦਿਖਾਉਣਾ ਚਾਹੁੰਦਾ ਸੀ। ਉਸ ਨੂੰ ਗੁਰੂ ਜੀ ਦੇ ਸੁਲਹਾ ਕੁਲ ਸੁਭਾਅ ਦੀ ਇੱਕ ਅੱਖ ਨਹੀਂ ਸੀ ਪਾਉਂਦਾ। ਉਸ ਨੂੰ ਰੜਕ ਸੀ ਤੇ ਜਿਸ ਦਾ ਜ਼ਿਕਰ ਨਿਤ ਕਰਦਾ ਸੀ, ਉਹ ਚੁੱਕ ਵਿੱਚ ਵੀ ਆ ਗਿਆ ਸੀ। ਉਸ ਆਪਣੇ ਮਨੋਭਾਵ ਵੀ ਦੱਸ ਦਿੱਤੇ। ਅੰਤਰਯਾਮੀ ਗੁਰੂ ਜੀ ਨੂੰ ਵੀ ਕਹਿ ਦਿੱਤਾ, ਲਾਹੌਰ ਸੀਸ ਦੇਣੇ ਹਮ ਜਾਹੀਂ, ਉਹਾਂ ਤੇ ਹਮ ਆਵਣ ਨਾਹੀਂ। ਸੋ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਦਾ ਨਿਰਣਾ ਲਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਹਰਗੋਬਿੰਦ ਜੀ ਨੂੰ ਪਾਸ ਬਿਠਾਇਆ ਤੇ ਕਿਹਾ, ਤੁਸਾਂ ਅਨੇਕਾਂ ਕਰਤੱਵ ਨਿਭਾਣੇ ਹਨ, ਕਿਸੇ ਪ੍ਰਕਾਰ ਦੀ ਚਿੰਤਾ ਤੁਹਾਡੇ ਨੇੜੇ ਨਹੀਂ ਆਉਣ ਲੱਗੀ। ਬਾਬਾ ਬੁੱਢਾ ਜੀ ਨੇ ਗੁਰਗੱਦੀ ਤੇ ਬਿਠਾਉਣ ਦੀ ਜ਼ਿੰਮੇਵਾਰੀ ਨਿਭਾਈ। ਗੁਰੂ ਅਰਜਨ ਦੇਵ ਜੀ ਨੇ ਉਹੀ ਉਪਦੇਸ਼ ਦੁਹਰਾਇਆ ਜੋ ਗੁਰੂ ਨਾਨਕ ਨੇ ਦਰੜਾਇਆ ਸੀ ਤੇ ਪਿਤਾ ਗੁਰੂ ਰਾਮਦਾਸ ਜੀ ਨੇ ਦਿੱਤਾ ਸੀ। ਉਪਦੇਸ਼ ਸੀ, ਸਵਾ ਪਹਿਰ ਨਿਸ ਰਹਿਤ ਤਬ ਜਾਗੋ, ਕਰ ਇਸਨਾਨ ਗੁਰੂ ਰਸ ਮਹੰ ਪਾਗੋ। ਕਥਾ ਕੀਰਤਨ ਸੋ ਧਰੋ ਪ੍ਰੀਤ, ਸਾਸ ਸਾਸ ਹਰਿ ਜਸ ਧਰ ਚੀਤ। ਦੋਹਰਾ, ਸਤ ਸੰਗਤ ਨਿਸ ਦਿਨ ਕਰੋ, ਆਪਣਾ ਆਪ ਮਿਟਾਏ। ਨਿਮਰ ਬਚਨ ਸਭ ਕੋ ਕਹੋ, ਸੋ ਸਭ ਕੇ ਮਨ ਪਾਏ। ਚੌਪਈ। ਗੁਰੂ ਮੰਤਰ ਸਭ ਕੋ ਤੁਮ ਦੇਵੋ, ਸਤ ਨਾਮ ਜਪ ਅਲਖ ਅਪੇਵੋ। ਸਿੱਖਿਆ ਜਗਤ ਜਾਨ ਚਿਤ ਲੀਜੈ, ਇਹ ਸਿੱਖਿਆ ਰਿਦ ਧਾਰਨ ਕੀਜੈ। ਲਾਹੌਰ ਜਾਣ ਵੇਲੇ 5 ਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਸਨ। ਉਹਨਾਂ ਦੇ ਨਾਮ ਸਨ ਵਿਦਿਆ ਜੇਠਾ ਪੈੜਾ ਭਾਈ, ਲੰਗਾ ਪਿਰਾਣਾ ਪੰਚੋ ਭਏ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਇਸ਼ਨਾਨ ਕਰਕੇ ਲਾਹੌਰ ਵੱਲ ਕੂਚ ਕੀਤਾ। ਭਾਈ ਗੁਰਦਾਸ ਜੀ ਨੇ ਤੇ ਬਾਬਾ ਬੁੱਢਾ ਜੀ ਨੇ ਸ਼ਹਿਰ ਤੋਂ ਬਾਹਰ ਤੱਕ ਛੱਡਣ ਆਏ ਸਤਿਗੁਰੂ ਜੀ ਨੂੰ। ਅੰਮ੍ਰਿਤਸਰ ਨੂੰ ਗੁਰੂ ਜੀ ਨੇ ਸਿਰ ਨਵਾਇਆ ਤੇ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਕਿ ਬੁੱਢਾ ਗੁਰ ਨਾਨਕ ਸਮਝਾਨੋ। 3 ਵਾਰੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨੀ ਹੱਥ ਲਗਾਇਆ। ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਵੀ ਚਰਨ ਛੂਹੇ। ਗੁਰੂ ਜੀ ਨੇ ਇਹ ਵਚਨ ਵੀ ਕਹੇ, ਦੇ ਅਨਿਤ ਨਿਤ ਸਦ ਨਾਹੀ, ਜਨਮ ਮਰਨ ਦੋਨੋਂ ਇਸ ਮਾਹੀ। ਆਤਮ ਸਤ ਸਦਾ ਅਵਿਨਾਸੀ। ਲਾਹੌਰ ਜਾਣ ਤੇ ਗੁਰੂ ਜੀ ਦਾ ਸੰਕਲਪ ਕਿ ਲਾਹੌਰ ਦੁਸ਼ਟ ਚੌਂਕੜੀ ਵਿੱਚ ਜਾਣਾ ਹੋਇਆ ਹੈ ਤੇ ਸੀਸ ਹੈ ਲੱਗਣਾ, ਇਸ ਵਿੱਚ ਸ਼ੰਕਾ ਨਹੀਂ ਕੋਈ। ਤਾਂ ਸੰਗਤਾਂ ਨੇ ਰਾਹ ਰੋਕ ਕੇ ਦਰਸ਼ਨ ਕੀਤੇ। ਸਾਰਾ ਮਾਝਾ ਉਮੜ ਪਿਆ।
ਲਾਹੌਰ ਪਹੁੰਚਦੇ 2 ਦਿਨ ਲੱਗ ਗਏ, ਭਾਵੇਂ ਇਹ ਪਿੰਡਾ ਕੁੱਲ 35 ਮੀਲ ਦਾ ਹੀ ਸੀ। ਭਾਈ ਸਾਧੂ ਲਾਹੌਰ ਦਾ ਵਸਨੀਕ ਨਿਤ ਚਿਤਵਦਾ ਸੀ ਕਿ ਕਦੇ ਗੁਰੂ ਜੀ ਉਸਦੇ ਘਰ ਚਰਨ ਪਾਉਣ। ਗੁਰੂ ਜੀ ਉਸਦੇ ਘਰ ਜਾਏ ਉਤਰੇ। ਉਹ ਆਪਣੀ ਆਸ ਪੂਰੀ ਹੁੰਦੀ ਦੇਖ ਕੇ ਖੀਵਾ ਹੋਇਆ। ਉਸ ਚਰਨੀ ਹੱਥ ਲਗਾ ਕੇ ਯਾਦ ਨੂੰ ਫਲ ਲੱਗਾ ਹੈ। ਰਾਤ ਪੈ ਗਈ। ਉਸ ਦੇ ਘਰ ਹੀ ਪ੍ਰਸ਼ਾਦਾ ਬਣਾਇਆ ਗਿਆ। ਜਦ ਸੌਣ ਲੱਗੇ ਤਾਂ ਗੁਰੂ ਨਾਨਕ ਜੀ ਦੀਆਂ ਸਾਖੀਆਂ ਦੀ ਚਰਚਾ ਹੋਈ। ਭਾਈ ਸਾਧੂ, ਜਿਸ ਨੂੰ ਭਾਈ ਬੁੱਧੂ ਵੀ ਕਹਿੰਦੇ ਹਨ, ਦੀ ਘਰਵਾਲੀ ਨੇ ਕਿਹਾ, ਕਿਰਪਾ ਕਰ ਜਾਵੋ, ਆਵੇ ਪੱਕੇ ਨਿਕਲਣ। ਭਾਈ ਸਾਧੂ ਨੇ ਕਿਹਾ, ਇਹ ਤੂੰ ਕੀ ਮੰਗਿਆ? ਗੁਰੂ ਕੋਲੋਂ ਤਾਂ ਸਦਾ 4 ਵਸਤੂ ਹੀ ਮੰਗੀਏ, ਨਾਮ, ਪ੍ਰਗਾਸ, ਭਰੋਸਾ, ਸਿੱਖੀ ਨਾਲ ਪਿਆਰ ਤੇ ਨਿਮਰਤਾ। ਮੰਗੀਏ ਗੁਰ ਤੇ ਨਾਮ, ਪ੍ਰਗਾਸ, ਭਰੋਸਾ, ਸਿੱਖੀ, ਭਾਵ ਸੋਦਾਸ। ਅਧਿਆਇ 7ਵਾਂ। ਗੁਰੂ ਜੀ ਨੇ ਕਿਹਾ, ਤੂੰ ਧਨ ਹੈ, ਪਰ ਸਿੱਖੀ ਵਿੱਚ ਅਰਥ ਪਰਮਾਰਥ ਦੋਨੋਂ ਹੀ ਜ਼ਰੂਰੀ ਨੇ। ਜਦ ਵੀ ਕੋਈ ਕਾਰਜ ਪੜੇ, ਪਿਆਰ ਦੇ ਨਾਲ ਲੰਗਰ ਕਰੋ ਤੇ ਅਰਦਾਸ ਕਰਾਵੋ। ਸਿੱਖ ਦਾ ਕਿਹਾ ਵੀ ਅਟਲ ਹੁੰਦਾ ਹੈ। ਗੁਰੂ ਨਾਨਕ, ਗ੍ਰਹਿ ਸਿੱਖ ਬਚ, ਅਚਲ ਨਿਹਾਰ, ਭੋਜਨ ਕਰ, ਅਰਦਾਸ ਕਰ, ਕਰਹਿ ਕਾਜ ਤੁਮਾਰ। ਭਾਈ ਸਾਧੂ ਨੇ ਸਵੇਰੇ ਕੜਾਹ ਪ੍ਰਸ਼ਾਦ ਕਰਵਾਇਆ। ਗੁਰੂ ਜੀ ਦਾ ਲਾਹੌਰ ਵਿੱਚ ਇਹ ਆਉਣਾ ਸੁਣ ਕੇ ਸਿੱਖ ਸੰਗਤਾਂ ਦੇ ਵਿੱਚ ਬੁੱਧੂ ਦੇ ਘਰ ਦਰਸ਼ਨਾਂ ਲਈ ਆਉਣਾ ਜਾਣਾ ਹੋਇਆ। ਘਰ ਸੰਗਤਾਂ ਦੇ ਨਾਲ ਭਰ ਜਾਣ ਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਭਾਈ ਲੱਖੂ ਪਟੋਲੀਆ ਜਦ ਆਏ ਤਾਂ ਪਹਿਰੇਦਾਰ ਨੇ ਅੰਦਰ ਨਾ ਜਾਣ ਦਿੱਤਾ। ਉਹ ਦਰਵਾਜ਼ੇ ਦੇ ਨਾਲ ਲੱਗ ਕੇ ਖੜਾ ਰਿਹਾ। ਜਦ ਗੁਰੂ ਜੀ ਨੇ ਕਿਹਾ, ਬੁੱਧੂ ਦਾ ਆਵਾ ਪੱਕੇ, ਤਾਂ ਬਾਹਰੋਂ ਆਵਾਜ਼ ਆਈ ਕਿ ਕੱਚਾ ਨਿਕਲੇ। ਮਹਾਰਾਜ ਨੇ ਲੱਖੂ ਜੀ ਨੂੰ ਅੰਦਰ ਬੁਲਾਇਆ। ਭਾਈ ਸਾਧੂ ਨੇ ਆਦਰ ਨਾਲ ਪ੍ਰਸ਼ਾਦ ਛਕਾਇਆ। ਸਿੱਖ ਨੇ ਕਿਹਾ, ਮੇਰੇ ਬਸ ਕੁਝ ਨਹੀਂ, ਮੈਂ ਤਾਂ ਗੁਰੂ ਨਾਨਕ ਦੇ ਪ੍ਰੇਰੇ ਹੀ ਬਚਨ ਕਹੇ ਹਨ। ਪਾਟੇ ਕੱਪੜੇ ਦੇਖ ਤੇਰੇ ਹੀ ਬੰਦਿਆਂ ਨੇ ਅੰਦਰ ਆਉਣੋਂ ਮੈਨੂੰ ਰੋਕਿਆ। ਗੁਰੂ ਜੀ ਨੇ ਵੀ ਕਿਹਾ ਕਿ ਹੁਣ ਆਵਾ ਤਾਂ ਕੱਚਾ ਹੀ ਰਹੇਗਾ, ਪਰ ਬਰਸਾਤ ਪਏਗੀ ਬਹੁਤੀ ਤੇ ਤੇਰੀ ਕੱਚੀ ਇੱਟ ਵੀ ਪੱਕੇ ਦੇ ਭਾਅ ਹੀ ਵਿਕੇਗੀ। ਤੇ ਇਸੇ ਤਰ੍ਹਾਂ ਹੀ ਹੋਇਆ। ਵਜ਼ੀਰ ਖਾਂ ਗੁਰੂ ਜੀ ਨੂੰ 5 ਸਿੱਖਾਂ ਦੇ ਨਾਲ ਜਹਾਂਗੀਰ ਦੇ ਪਾਸ ਲਿਆਇਆ। ਜਹਾਂਗੀਰ ਨੇ ਪਹਿਲਾਂ ਤਾਂ ਆਦਰ ਦਿੱਤਾ। ਜਾਨ ਪੀਰ ਨਿਜ ਤਖਤ ਤੇ ਆਸਨ ਉੱਚ ਸਵਾਰ, ਆਵਤ ਗੁਰ ਸਿੱਖ ਉੱਠਿਓ ਸ਼ਾਹ। ਚੰਦੂ ਬਹੁਤ ਸੜਿਆ। ਜਹਾਂਗੀਰ ਨੇ ਸਵਾਲ ਇਹ ਕੀਤੇ, ਬੜਾ ਰਾਮ ਹੈ ਅਹੋ ਖੁਦਾਏ, ਮੱਕਾ ਬੜਾ ਕੇ ਤੀਰਥ ਗਾਏ, ਪੂਜਾ ਬੜੀ ਕੇ ਬੜੀ ਨਮਾਜ਼, ਬੜੀ ਕਤੇਬ ਕੇ ਬੇਦ ਆਵਾਜ਼, ਨੀਲ ਸਪੇਦ ਦੋਏ ਭਲ ਕੌਣ, ਹਿੰਦੂ ਤੁਰਕ ਮੁਖ ਹੈ ਕਉ ਗੌਣ। ਗੁਰੂ ਜੀ ਨੇ ਇਹ ਸੁਣ ਕੇ ਰਾਮ ਕਲੀ ਰਾਗ ਵਾਲਾ ਸ਼ਬਦ ਸੁਣਾਇਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਆਲਾਏ। ਕਾਰਨ ਕਰਨ ਰਹੀਮ, ਕਿਰਪਾ ਧਾਰ ਰਹੀਮ ਰਹਾਓ। ਕੋਈ ਨਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ। ਕੋਈ ਪੜ੍ਹੈ ਬੇਦ, ਕੋਈ ਕਤੇਬ, ਕੋਈ ਓਢੈ ਨੀਲ, ਕੋਈ ਸੁਪੇਦ। ਕੋਈ ਕਹੈ ਤੁਰਕ, ਕੋਈ ਕਹੈ ਹਿੰਦੂ, ਕੋਈ ਵਾਸ਼ੈ ਪਿਸਤ, ਕੋਈ ਸੁਰਗਿੰਦੂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਜਹਾਂਗੀਰ ਨੇ ਆਪਣੀ ਤੁਝਕੇ ਵਿੱਚ ਲਿਖਿਆ ਹੈ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਵੋ। ਤੁਝਕੇ ਦੇ ਸ਼ਬਦ ਨੇ 4 ਪੁਸ਼ਤਾਂ ਤੋਂ ਇਹ ਦੁਕਾਨ ਗਰਮ ਸੀ। ਹਿੰਦੂ ਤੇ ਭੋਲੇ ਭਾਲੇ ਮੁਸਲਮਾਨ ਵੀ ਉਸ ਦੇ ਜਾਲ ਵਿੱਚ ਫਸੀ ਜਾ ਰਹੇ ਸਨ। ਮੈਂ ਮੌਕੇ ਦੀ ਤਾੜ ਵਿੱਚ ਸਾਂ। ਇਹਨਾਂ ਦਿਨਾਂ ਵਿੱਚ ਖੁਸਰੋ ਉਸ ਨਗਰ ਤੋਂ ਲੰਘਿਆ। ਇਸ ਪੁਰਸ਼ ਭਾਵ ਕਿ ਗੁਰੂ ਅਰਜਨ ਦੇਵ ਜੀ ਨੇ ਇਰਾਦਾ ਕੀਤਾ ਕਿ ਉਹ ਖੁਸਰੋ ਨੂੰ ਮਿਲੇ। ਉਸ ਪੜਾਅ ਤੇ ਜਿੱਥੇ ਉਸ ਦਾ ਟਿਕਾਣਾ ਸੀ, ਖੁਸਰੋ ਦਾ ਉਤਾਰਾ ਹੋਇਆ। ਆ ਕੇ ਉਸਨੇ ਦੇਖਿਆ ਤੇ ਮਿਲਿਆ, ਕਈ ਗੱਲਾਂ ਕੀਤੀਆਂ, ਕਈ ਮਾਮਲੇ
ਪਹੁੰਚਾਏ ਤੇ ਉਸ ਦੇ ਮੱਥੇ ਉੱਤੇ ਆਪਣੀ ਉਂਗਲੀ ਦੇ ਨਾਲ ਕੇਸਰ ਦਾ, ਜਿਸ ਨੂੰ ਹਿੰਦੂ ਕਸ਼ਕਾ ਕਹਿੰਦੇ ਨੇ ਤੇ ਸਮਝਦੇ ਹਨ, ਲਗਾਇਆ। ਜਦ ਇਹ ਖਬਰ ਮੇਰੇ ਕੰਨਾਂ ਤੱਕ ਪੁੱਜੀ ਤਾਂ ਮੈਂ ਉਸ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ। ਮੈਂ ਹੁਕਮ ਦਿੱਤਾ ਕਿ ਹਾਜ਼ਰ ਕਰਨ, ਉਸ ਦੇ ਘਰ-ਬਾਰ ਤੇ ਪੁੱਤਰਾਂ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕਰ ਦਿੱਤਾ। ਉਸ ਦੇ ਮਾਲ ਜਾਇਦਾਦ ਨੂੰ ਜ਼ਬਤ ਕਰਕੇ ਮੈਂ ਹੁਕਮ ਦਿੱਤਾ ਕਿ ਸ਼ਾਹੀ ਕਾਨੂੰਨ ਅਨੁਸਾਰ ਇਸ ਨੂੰ ਜਾਸਾ ਮੁਤਾਬਕ ਕਤਲ ਦੀ ਕਰੜੀ ਸਜ਼ਾ ਦਿੱਤੀ ਜਾਵੇ। ਮਹਾਰਾਜ ਨੇ ਬੰਦੀ ਵਿੱਚ ਪਿਆ ਮਾਰੂ ਰਾਗ ਦੇ ਸ਼ਬਦ ਸੁਣੇ ਤੇ ਕਿਹਾ, ਹਰਗੋਬਿੰਦ ਗੁਰਪਾਸ ਬਹੁਰ ਜਾਏ ਸਭ ਹੀ ਕਹੋ, ਕਰਿਓ ਪੁਨ ਅਰਦਾਸ ਬਹੁਤ ਤੁਰਕਨ ਕੋ ਜੁਤ ਕਰੋ। ਪਹਿਲਾਂ ਤੱਤੀ ਤਵੀ ਤੇ ਬਿਠਾਇਆ, ਫੇਰ ਦੇਗ ਵਿੱਚ ਉਬਾਲੇ ਦਿੱਤੇ ਤੇ ਪਿੱਛੋਂ ਨਦੀ ਦੇ ਵਿੱਚ ਰੋੜ ਦਿੱਤਾ ਗਿਆ। ਸੋ ਇਹ ਤਾਂ ਸੀ ਬਹੁਤ ਸੰਖੇਪ ਇਤਿਹਾਸ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦਾ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਸੰਬੰਧਿਤ, ਜਿਸ ਨੂੰ ਗਾਇਨ ਕੀਤਾ ਹੈ ਡਾਕਟਰ ਗੁਰਨਾਮ ਸਿੰਘ ਜੀ ਨੇ। गुरु अर्जन विटो कुर्बानी, गुरु अर्जन विटो कुर्बानी। गुरु अर्जन विटो कुर्बानी, अर्जन विटो कुर्बानी। रहंदे कुर दरिया विच, रहंदे कुर दरिया विच, मीन कुलीन हेत निर्बाणी, मीन कुलीन हेत निर्बाणी। मीन कुलीन हेत निर्बाणी, मीन कुलीन हेत निर्बाणी। गुरु अर्जन विटो कुर्बानी, गुरु अर्जन विटो कुर्बानी। गुरु अर्जन विटो कुर्बानी, गुरु अर्जन विटो कुर्बानी। दर्शन देख पतंग जो, ज्योति अंदर ज्योत समानी। दर्शन देख पतंग जो, ज्योति अंदर ज्योत समानी। ज्योति अंदर ज्योत समानी। ज्योति अंदर ज्योत समानी। गुरु अर्जन विटो कुर्बानी, गुरु अर्जन विटो कुर्बानी। गुरु अर्जन विटो कुर्बानी, गुरु अर्जन विटो कुर्बानी। शब्द सूरत लिव मिर्ग जो, पीड़ पई चित अवर नायानी।
शब्द सूरत लिव मिर्ग ज्यो पीड़ पई चित अवर न आणी चरण कवल मिल पवर ज्यो सुख संपट विच रहन विहाणी चरण कवल मिल पवर ज्यो सुख संपट विच रहन विहाणी सुख संपट विच रहन विहाणी सुख संपट विच रहन विहानी गुरु अर्जन विटो कुर्बानी गुरु अर्जन विटो कुर्बानी गुरु अर्जन विटो कुर्बानी गुरु अर्जन विटो कुर्बानी रहंदे गुर दरिया विच रहंदे गुर दरिया विच मीन कुलीन हेत निर्बानी मीन कुलीन हेत निर्बानी मीन कुलीन हेत निर्बानी मीन कुलीन हेत निर्बानी गुरु अर्जन विटो कुर्बानी गुरु अर्जन विटो कुर्बानी गुरु अर्जन विटो कुर्बानी गुरु अर्जन विटो कुर्बानी गुरु उपदेश ना विसरै बाबे ज्यों आख बिखानी गुरु उपदेश ना विसरै ना विसरै ना विसरै गुरु उपदेश ना विसरै बाबी है ज्यों आख बखानी गुरु उपदेश ना विसरै बाबी है जो आँख बखानी बाबी है जो आँख बखानी बाबी है जो आँख बखानी गुरु अर्जन विटो कुर्बानी गुरु अर्जन विटो कुर्बानी गुरु अर्जन विटो कुर्बानी गुरु अर्जन विटो कुर्बानी गुरुमुख सुख फल पिरम रस सहज समाद साध संग जानी
फल पिरम रस सहज समाध साध संग जानी सहज समाध सहज समाध साधु संग जानी साधु संग जानी सहज समाधु साधु संग जानी गुरमुख सुख फल पिरम रस सहज समाध साधु संग जानी सहज समाध साधु संग जानी सहज समाध साधु संग जानी गुरु अर्जन विटो कुर्बानी गुरु अर्जन विटो कुर्बानी गुरु अर्जन विटो कुर्बानी गुरु अर्जन विटो कुर्बानी रहंदे गुर दरिया विच रहंदे गुर दरिया विच मीन कुलीन हेत निर्वाणी मीन कुलीन हेत निर्वाणी मीन कुलीन हेत निर्वाणी मीन कुलीन हेत निर्वाणी गुरु अर्जन विटो कुर्बानी 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 गुरु अर्जन विटो कुर्बानी। ਹਾਂਜੀ, ਇਹ ਸਨ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਸਾਂ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਦੇ ਅਧਿਆਏ 7 ਤੇ 8 ਦੇ ਆਧਾਰ ਤੇ ਸਤਵੀਰ ਸਿੰਘ ਜੀ ਵੱਲੋਂ ਲਿਖੀ ਕਥਾ ਪੁਰਾਤਨ ਇਉਂ ਸੁਣੀ ਦੇ ਵਿੱਚੋਂ ਕੁਝ ਜਿਹੜੇ ਉਹਨਾਂ ਦਾ ਕੰਟੈਂਟ, ਜਿਹਦੇ ਵਿੱਚ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਹਾਲ ਸਾਨੂੰ ਦੱਸਿਆ ਹੈ। ਤੇ ਅੱਗੇ ਚੱਲਦੇ ਹਾਂ। ਗੁਰੂ ਹਰਗੋਬਿੰਦ ਜੀ ਨੂੰ ਜਦ ਸ਼ਹਾਦਤ ਦੀ ਖਬਰ ਪਹੁੰਚੀ, ਉਹ ਉਸੇ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਮਰੇ ਭਾਵ ਕੇ ਕੋਠਾ ਸਾਹਿਬ ਅੰਦਰ ਆਏ। ਗੁਰੂ ਗ੍ਰੰਥ ਕੀ ਕੋਠੀ ਆਏ, ਐਸੇ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਮਰੇ ਵਿੱਚ ਵਾਹਿਗੁਰੂ ਨੇ ਦੀਦਾਰ ਦਿੱਤੇ। ਚੌਹਾਂ ਭਾਈ ਵਿਧੀ ਚੰਦ, ਭਾਈ ਗੁਰਦਾਸ, ਬਾਬਾ ਬੁੱਢਾ ਜੀ ਤੇ 6ਵੇਂ ਪਾਤਸ਼ਾਹ ਨੂੰ ਵਾਹਿਗੁਰੂ ਨੇ ਇਹ ਬਚਨ ਕੀਤੇ ਕਿ ਗੁਰੂ ਅਰਜਨ ਜੀ ਸੱਚੀ ਆਤਮਾ ਵਾਲੇ ਸਨ, ਉਹਨਾਂ ਨੂੰ ਕੋਈ ਕੀ ਮਾਰ ਸਕਦਾ ਹੈ। ਪ੍ਰਭੂ ਦੇ ਦਰਸ਼ਨ ਕਰਕੇ ਸਭ ਨੂੰ ਧੀਰਜ ਆਇਆ। ਅਕਾਲ ਪੁਰਖ ਨੇ ਬਚਨ ਉਚਾਰਿਆ ਤੇ ਗੁਰੂ ਹਰਗੋਬਿੰਦ ਜੀ ਨੂੰ ਕਿਹਾ, ਤੁਹਾਡੇ ਮੇਰੇ ਵਿੱਚ ਰਤਾ ਪਰ ਭੇਦ ਨਹੀਂ। ਮੈਂ ਪਹਿਲਾਂ ਹੀ ਤੁਹਾਡੇ ਪਿਤਾ ਗੁਰੂ ਅਰਜਨ ਨੂੰ ਕਿਹਾ ਸੀ ਕਿ ਤੁਹਾਡਾ ਬੇਟਾ ਦਰਬਾਰ ਸਾਹਿਬ ਦੇ ਪਾਸ ਅਕਾਲ ਤਖਤ ਦੀ ਰਚਨਾ ਕਰੇਗਾ। ਇੱਥੇ ਪਹਿਲਾਂ ਤਖਤ ਅਸਾਰੋ, ਫਿਰ 2 ਕਿਰਪਾਨਾਂ ਮੀਰੀ ਪੀਰੀ ਦੀਆਂ ਧਾਰਨ ਕਰੋ। ਗੁਰਬਿਲਾਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ, ਤੋਰ ਪਿਤਾ ਕੋ ਬਚ ਕਹੈ, ਪਾਛੈ ਮੋਹਿ ਏ ਭਾਏ, ਸੁਤ ਤੁਮਰਾ ਤੁਮਰੇ ਨਿਕਟ ਮੇਰੋ ਤਖਤ ਬਨਾਏ। ਪ੍ਰਥਵੇਂ ਇਹ ਥਾਂ ਤਖਤ ਸਵਾਰੋ, ਮੀਰੀ ਪੀਰੀ ਅਸ 2 ਧਾਰੋ। ਰਾਮ ਕ੍ਰਿਸ਼ਨ ਤੇ ਆਦ ਲੈ ਪਾਸ਼ੇ ਜੋ ਅਵਤਾਰ, ਜੈਸੇ ਉਨ ਰਾਖਸ਼ ਹਨੇ ਤੈਸੇ ਤੁਮ ਇਨ ਮਾਰ। ਤਖਤ ਅਕਾਲ ਨਾਮ ਤਹ ਕੀਜੈ, ਤਾਹੀਂ ਬੈਠ ਪਿਤ ਬਦਲਾ ਲੀਜੈ, ਮੀਰੀ ਪੀਰੀ
ਦਊ ਧਾਰੋ, ਧਰਾ ਭਾਰ ਸਭ ਦੂਰ ਨਿਵਾਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੀਸ ਨਿਵਾ ਕੇ ਕਿਹਾ ਕਿ ਆਪਣੇ ਨਾਮ ਦੀ ਆਪ ਹੀ ਲੱਜਾ ਰੱਖਣੀ, ਨਾਮ ਲਾਜ ਪ੍ਰਭ ਤੁਮੇ ਬਣਾਏ। ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਰਖਵਾ ਦਿੱਤਾ ਤਾਂ ਕਿ ਜੋ ਆਏ ਗੁਰਬਾਣੀ ਨੂੰ ਸੁਣੇ। 12 ਦਿਨ ਬਾਅਦ ਜਿੱਥੇ ਕੋਠਾ ਸਾਹਿਬ ਹੈ ਉੱਥੇ ਹੀ ਦੀਵਾਨ ਸਜਾਇਆ। ਭੋਗ ਉਪਰੰਤ ਮਸੰਦ ਕਾਲੀ ਉੱਨ ਦੀ ਰੱਸੀ ਤੇ ਟੋਪੀ ਲੈ ਕੇ, ਮਾਫ ਕਰਨਾ, ਰੱਸੀ ਤੇ ਪੋਥੀ ਲੈ ਕੇ ਆਏ ਤਾਂ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਤੁਸੀਂ ਦੱਸੋ ਕਿ ਰੀਤ ਨਿਭਾਉਣੀ ਹੈ ਜਾਂ ਉਸ ਅਕਾਲ ਪੁਰਖ ਦੇ ਬਚਨ ਕੀਤਾ ਹੈ ਉਸ ਤੇ ਫੁੱਲ ਚਾੜਨੇ ਹਨ। ਬਾਬਾ ਬੁੱਢਾ ਜੀ ਨੇ ਇਹ ਬਚਨ ਸੁਣ ਕੇ ਖੁਸ਼ ਹੋਏ ਤੇ ਪੁੱਛਿਆ ਕਿ ਇਹ ਵਸਤਾਂ ਦਾ ਕੀ ਕਰਨਾ ਹੈ। ਮਹਾਰਾਜ ਨੇ ਕਿਹਾ ਕਿ ਇਹਨਾਂ ਨੂੰ ਤੋਸ਼ੇਖਾਨੇ ਵਿੱਚ ਰੱਖ ਦਿਓ। ਵਸਤਾਂ ਭਾਵ ਕਿ ਜੋ ਮਸੰਦ ਨੇ ਕਾਲੀ ਉੱਨ ਦੀ ਰੱਸੀ ਤੇ ਪੋਥੀ ਲੈ ਕੇ ਆਏ ਸੀ, ਉਹ ਜਿਹੜੀਆਂ ਨੇ ਉਹਨਾਂ ਨੂੰ ਤੋਸ਼ੇਖਾਨੇ ਵਿੱਚ ਪਹੁੰਚਾ ਦਿੱਤਾ ਗਿਆ। ਆਪ ਜੀ ਨੇ ਭਾਵ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿਰ ਤੇ ਦਸਤਾਰ ਸਜਾਈ ਤੇ ਜਦ ਸੀਸ ਦਸਤਾਰ ਸਜਾਇਆ ਤੇ ਇੰਜ ਪ੍ਰਤੀਤ ਹੋਵੇ ਜਿਵੇਂ ਪਰਮਾਤਮਾ ਦਾ ਹੀ ਰੂਪ ਸਾਹਮਣੇ ਬੈਠਾ ਹੈ। ਸ੍ਰੀ ਗੁਰੂ ਪਾਗ ਬੱਧੀ ਨਿਜ ਸੀਸ, ਦਿਖ ਸਭ ਹੀ ਜਾਣੇ ਨਿਜ ਈਸ। ਅਧਿਆਏ 8ਵਾਂ। ਰਾਗੀ ਤਬ ਆਨੰਦ ਪੜ ਕੜਾਹਾ ਦਿਓ ਵਰਤਾਏ। ਮਸੰਦਾਂ ਨੂੰ ਬਹੁਤ ਪੀੜਾ ਹੋਈ। ਉਹ ਮਾਤਾ ਜੀ ਪਾਸ ਆਏ। ਮਾਤਾ ਜੀ ਨੂੰ ਜਾ ਕੇ ਉਹਨਾਂ ਨੇ ਕਿਹਾ, ਦੇਖੋ ਤੁਹਾਡੇ ਪੁੱਤਰ ਨੇ ਕੀ ਕੀਤਾ ਹੈ। ਸ਼ਸਤਰ ਪਹਿਨ ਲਏ ਹਨ, ਨਾ ਕੋਲ ਫੌਜ ਹੈ ਨਾ ਹੀ ਕੋਈ ਮੁਲਕ ਹੈ। ਮਾਤਾ ਜੀ ਨੇ ਕਿਹਾ, ਤੁਸੀਂ ਕਿਹੜੀ ਸੋਚ ਵਿੱਚ ਪੈ ਗਏ ਹੋ। ਮਾਤ ਕਹਾ, ਇਸ ਨਰ ਨਹੀਂ ਜਾਣੋ, ਸਤ ਪਰਮੇਸ਼ਰ ਨਿਸ਼ਚੈ ਮਾਨੋ। ਅਕਾਲ ਪੁਰਖ ਦੇ ਹੁਕਮ ਦੇ ਨਾਲ ਹੀ ਇਹ ਪ੍ਰਗਟ ਹੋਏ ਨੇ ਤੇ ਇਹ ਅਕਾਲ ਪੁਰਖ ਦੇ ਹੁਕਮ ਨਾਲ ਹੀ ਕਾਰ ਨਿਭਾ ਰਹੇ ਹਨ। ਮਾਤਾ ਜੀ ਦੇ ਬਚਨਾਂ ਦੇ ਨਾਲ ਸਭ ਨੂੰ ਧੀਰਜ ਆਇਆ। ਉਸ ਦਿਨ ਸ਼ੁੱਕਰਵਾਰ ਸੀ। ਦੈਤਾਂ ਦਾ ਗੁਰੂ ਸ਼ੁੱਕਰ ਹੈ ਤੇ ਉਸ ਦਿਨ ਪੱਗ ਬੰਨੀ ਤਾਂ ਕਿ ਦੈਂਤਾਂ ਨੂੰ ਖਬਰ ਹੋ ਜਾਵੇ ਕਿ ਉਹਨਾਂ ਦੀ ਹੁਣ ਇਸ ਸੰਸਾਰ ਵਿੱਚ ਨਹੀਂ ਚੱਲਣੀ। ਦੂਜੇ ਦਿਨ ਹੁਕਮਨਾਮੇ ਭੇਜੇ ਕਿ ਮੇਰੀ ਪਿਆਰੀ ਭੇਟਾ ਸ਼ਸਤਰ ਤੇ ਚੰਗੀ ਜਵਾਨੀ ਹੈ, ਢਿੱਲ ਨਹੀਂ ਕਰਨੀ, 14 ਦਿਨ ਵਿੱਚ ਹੀ ਪੁੱਜਣਾ। ਹਾੜ ਪੰਜਵੀਂ ਕੋ ਦਿਨ ਜਾਨ, ਸ੍ਰੀ ਗੁਰੂ ਉਦਮ ਕੀਨ ਮਹਾਨ। ਆਪ ਜੀ ਨੇ ਭਾਈ ਗੁਰਦਾਸ ਜੀ ਨੂੰ ਤਖਤ ਦਾ ਜਥੇਦਾਰ ਥਾਪਿਆ। ਤਖਤ ਪੂਜ ਕਰਵੇ ਨਿਮਿਤ, ਗੁਰਦਾਸ ਭਾਈ ਠਹਿਰਾਏ। ਅਕਾਲ ਤਖਤ ਰਹਿਰਾਸ ਦੇ ਪਾਠ ਬਾਅਦ ਢਾਡੀ 12 ਗਾਉਂਦੇ, ਆਪੂ ਮਹਾਰਾਜ ਜੀ ਵੀ 12 ਸੁਣਦੇ। ਜੋ ਪ੍ਰਭੂ ਨੇ ਹੁਕਮ ਗੁਰੂ ਜੀ ਨੂੰ ਦਿੱਤੇ ਸਨ ਕਿ ਸ਼ਾਂਤ ਰੂਪ ਹਵੇ ਮੈਂ ਰਹੋ ਹਰ ਮੰਦਰ ਕੋ ਮਾਹੀ, ਰਜੋ ਰੂਪ ਇਹ ਤਾਂ ਰਹੋ ਅਕਾਲ ਤਖਤ ਸੁਖ ਪਾਏ। ਦਾ ਅਮਲੀ ਸਰੂਪ ਮੀਰੀ ਪੀਰੀ ਦੇ ਮਾਲਕ ਦੇ ਰਹੇ ਸਨ। ਦਰਬਾਰ ਸਾਹਿਬ ਕਿਉਂਕਿ ਮਿਰਤਕ ਦਾ ਪਾਠ ਨਹੀਂ ਹੁੰਦਾ, ਸੋ ਅਕਾਲ ਤਖਤ ਤੇ ਇੱਕ ਹੋਰ ਪਾਠ ਰਖਵਾਇਆ ਤੇ ਹੁਕਮ ਕੀਤਾ ਕਿ ਉੱਥੇ ਪਾਠ ਰਖਵਾਇਆ ਜਾਵੇ, ਨਰ ਮੁਕਤ ਤਵੈ ਹੋਏ ਜਾਏ। ਪਾਠ ਦੀ ਸਮਾਪਤੀ ਉਪਰੰਤ ਉਪਦੇਸ਼ ਸੀ, ਸਤਨਾਮ ਜਪਦੇ ਰਹੋ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਹਰ ਇੱਕ ਵਿੱਚ ਉਸ ਦੀ ਹੀ ਜੋਤ ਹੈ। ਭਾਈ ਤਰਲੋਕਾ ਜੋ ਗਜਨੀ ਦੇ ਸੁਲਤਾਨ ਦਾ ਰਾਖਸ਼ ਸੀ, ਰੋਜ਼ 50 ਰੁਪਏ ਦਹਨੀਮੀ ਪਾਉਂਦਾ ਸੀ। ਜਦ ਸੰਗਤਾਂ ਨਾਲ ਦਰਸ਼ਨ ਕਰਨ ਆਇਆ ਤੇ ਉਚੇਚਾ ਉਪਦੇਸ਼ ਮੰਗਿਆ ਤਾਂ ਫਰਮਾਇਆ, ਸਤਨਾਮ ਨੂੰ ਹਿਰਦੇ ਵਿੱਚ ਧਾਰਨ ਕਰੋ ਤੇ ਸਭ ਜੀਆਂ ਤੇ ਦਇਆ ਕਰੋ, ਹਰ ਵਿੱਚ ਉਸ ਹਰੀ ਦਾ ਰੂਪ ਹੀ ਤੱਕੋ। ਗੁਰ ਕਹਾ ਸਤਨਾਮ ਰਿਤ ਧਾਰੋ, ਸਭ ਜੀਵਨ ਪਰ ਦਇਆ ਵਿਚਾਰੋ। ਸਰਬ ਭੂਤ ਆਤਮ ਪਿੱਖੋ, ਕਿਸੀ ਦੁਖਾਵੋ ਨਾਹੀਂ। ਜਾ ਸਮ ਭਗਤ ਨਾ ਹੋਰ ਹੈ, ਧਰੋ ਸਤ ਰਿਦ ਮਾਹਨ।
ਉਹ ਜਦ ਆਪਣੇ ਮੁਲਕ ਗਿਆ ਤਾਂ ਉਸਨੇ ਫੌਲਾਦ ਦੀ ਤਲਵਾਰ ਦੀ ਥਾਂ ਕਾਠ ਦੀ ਤਲਵਾਰ ਰੱਖ ਲਈ ਤਾਂ ਕਿ ਸ਼ਿਕਾਰ ਕਰਦਿਆਂ ਕਿਸੇ ਜੀ ਨੂੰ ਹੱਥੋਂ ਨਾ ਮਾਰਿਆ ਜਾਵੇ। ਸ਼ਿਕਾਇਤ ਹੋਣ ਤੇ ਜਦ ਭਰੇ ਦਰਬਾਰ ਨਕਾਲ ਦੇਖੀ ਗਈ, ਉਸ ਦੀ ਜਿਹੜੀ ਸੀ ਤਲਵਾਰ ਨਿਕਾਲ ਕੇ ਦੇਖੀ ਗਈ ਤੇ ਸਭ ਦੀਆਂ ਅੱਖਾਂ ਝੁੰਦਿਆ ਗਈਆਂ ਤੇ ਸਭ ਨੇ ਅੱਛੇ ਫੌਲਾਦ ਦੀ ਬਣੀ ਹੋਈ ਉਸ ਨੂੰ ਦੇਖਿਆ। ਗੁਰੂ ਨੇ ਪੈਜ ਰੱਖੀ। ਗੱਲ ਇਹ ਹੋਈ ਕਿ ਕਿਸੇ ਨੇ ਚੁਗਲੀ ਕੀਤੀ ਕਿ ਭਾਈ ਤਰਲੋਕਾ ਸੁਲਤਾਨ ਨੂੰ ਧੋਖਾ ਦੇ ਰਿਹਾ ਹੈ, ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇ। ਭਰੇ ਦਰਬਾਰ ਦੇ ਵਿੱਚ ਜਦ ਭਾਈ ਤਰਲੋਕਾ ਜੀ ਨੂੰ ਕਿਰਪਾਨ ਦਿਖਲਾਉਣ ਲਈ ਕਿਹਾ ਗਿਆ ਤਾਂ ਉਹਨਾਂ ਇੱਕ ਮਨ ਚਿੱਤ ਹੋ ਕੇ ਗੁਰੂ ਨਾਨਕ ਜੀ ਦਾ ਧਿਆਨ ਧਰਿਆ, ਅਰਦਾਸ ਕਰਕੇ ਛਟਮ ਗੁਰੂ ਨੂੰ ਧਿਆਇਆ, ਹਿਰਦੇ ਹੀ ਬੇਨਤੀ ਕੀਤੀ ਕਿ ਆਪ ਜੀ ਦਾ ਹੀ ਉਪਦੇਸ਼ ਸੁਣ ਕੇ ਸਭ ਤੇ ਦਇਆ ਕਰਨੀ ਹੈ। ਮੈਂ ਇਹ ਕਾਠ ਦੀ ਤਲਵਾਰ ਪਾ ਲਈ ਸੀ, ਹੁਣ ਜਾਨ ਦਾਸ ਹੋ ਸਹਾਈ। ਭਾਈ ਜੀ ਨੇ ਸਤਨਾਮ ਕਹਿ ਕੇ ਤੇਗ ਕੱਢੀ ਤੇ ਸਾਰੇ ਹੈਰਾਨ ਹੋ ਗਏ। ਉਹ ਵੱਡੀ ਕੀਮਤੀ ਤਲਵਾਰ ਸੀ ਜੋ ਅੱਛੇ ਫੌਲਾਦ ਦੀ ਬਣੀ ਹੋਈ ਸੀ। ਸਤਨਾਮ ਕਹਿ ਤੇਗ ਨਿਕਾਰੀ, ਉੱਤਮ ਅਸ ਜਹਿੰ ਕੀਮਤ ਭਾਰੀ। ਇਸ ਤਰ੍ਹਾਂ ਪੈਜ ਬਚਦੀ ਦੇਖ ਭਾਈ ਤਰਲੋਕਾ ਨੇ ਧੰਨ ਗੁਰੂ ਕਿਹਾ ਤੇ ਸੁਲਤਾਨ ਨੇ ਵੀ ਰੋਜ਼ੀਨਾ ਵੀ ਦੂਣਾ ਕਰ ਦਿੱਤਾ, ਭਾਵ ਕਿ ਉਹਦੀ ਜਿਹੜੀ ਤਨਖਾਹ ਸੀ ਉਹ ਡਬਲ ਕਰ ਦਿੱਤੀ। ਕਾਬਲ ਤੋਂ ਹੀ ਭਾਈ ਕਟਾਰੂ ਜੀ ਦਰਸ਼ਨਾਂ ਨੂੰ ਆਇਆ। ਉਹ ਕਾਬਲ ਵਿਖੇ ਸ਼ਾਹੀ ਤੋਲਾ ਸੀ, ਜਿਣਸ ਤੋਲ ਕੇ ਰਾਜ ਮਹਿਲਾਂ ਨੂੰ ਪਹੁੰਚਾਉਂਦਾ ਸੀ। ਜਦ ਉਸਨੇ ਆਪਣੀ ਤੁਛ ਕਿਰਤ ਦਾ ਜ਼ਿਕਰ ਕੀਤਾ ਤਾਂ ਮਹਾਰਾਜ ਨੇ ਕਿਹਾ ਕਿ ਕਿਰਤ ਕੋਈ ਵੀ ਮੰਦੀ ਚੰਗੀ ਨਹੀਂ, ਸਿੱਖਾਂ ਦੀ ਸੇਵਾ ਕੀਤਾ ਕਰੋ ਅਤੇ ਸਤਨਾਮ ਦਾ ਜਾਪ ਜਪਿਆ ਕਰੋ। ਕਾਰੋਬਾਰ ਕਰਦਿਆਂ ਤੇ ਜਿਣਸ ਤੋਲਦੇ ਭੁੱਲ ਹੀ ਗਿਆ ਕਿ ਬੱਟਾ ਘਸ ਗਿਆ ਹੈ। 5 ਪੈਸੇ ਤੋਲ ਘਟਿਆ ਸੀ। ਸ਼ਿਕਾਇਤ ਹੋਈ ਕਿ ਇਹ ਜਿਣਸ ਘੱਟ ਤੋਲਦਾ ਹੈ ਤੇ ਸ਼ਾਹੀ ਖਜ਼ਾਨੇ ਦਾ ਲੁਟੇਰਾ ਹੈ। ਭਾਈ ਕਟਾਰੂ ਨੇ ਹਿਰਦੇ ਵਿੱਚ ਹੀ ਗੁਰੂ ਧਿਆਇਆ ਤੇ ਆਪਣੇ ਸਿੱਖ ਦੀ ਹੁਣ ਲਾਜ ਰੱਖਣੀ। ਉਧਰੋਂ ਬੱਟਿਆਂ ਦੀ ਜਾਂਚ ਸ਼ੁਰੂ ਹੋਈ। ਇੱਧਰ ਮਹਾਰਾਜ ਨੂੰ ਕਿਸੇ ਨੇ 5 ਪੈਸੇ ਭੇਟ ਕੀਤੇ ਤਾਂ ਗੁਰੂ ਜੀ ਕਦੀ ਸੱਜੇ ਹੱਥ ਤੇ ਕਦੀ ਖੱਬੇ ਹੱਥ ਵਿੱਚ ਉਹ 5 ਪੈਸੇ ਲੈ ਲੈਂਦੇ। ਹੱਥ ਕਮਲ ਸ੍ਰੀ ਗੁਰੂ ਜੀ ਸੋ ਪੈਸੇ ਗਹਿਲੀਨ, ਦਾਏਂ ਸੇ ਬਾਏਂ ਕरें ਬਾਏਂ ਦਾਏਂ ਕੀਨ। ਸੰਗਤਾਂ ਹੈਰਾਨ ਸਨ ਕਿ ਗੁਰੂ ਜੀ ਇਹ ਕੀ ਕੌਤਕ ਕਰ ਰਹੇ ਸਨ। ਬਾਬਾ ਬੁੱਢਾ ਜੀ ਨੇ ਪੁੱਛਿਆ, ਮਹਾਰਾਜ ਇਹ ਕੀ ਕੌਤਕ ਹੈ? ਗੁਰੂ ਜੀ ਨੇ ਫਰਮਾਇਆ, ਸਿੱਖ ਦੀ ਲਾਜ ਰੱਖੀ ਹੈ। ਬੱਟਾ ਤੈ ਪੂਰਾ ਕੀਓ, ਪੈਸੇ 5 ਚੜਾਏ। ਕਟਾਰੂ ਨੂੰ ਵੱਡਾ ਮਨਸਬ ਨਵਾਬ ਨੇ ਦਿੱਤਾ, ਭਾਵ ਕਿ ਉਹਦੀ ਸ਼ਿਕਾਇਤ ਜਿਹੜੀ ਸੀ ਉਹਦੇ ਵਿੱਚ ਕੋਈ ਵੀ ਦਮ ਨਾ ਨਿਕਲਿਆ। 12 ਨੂੰ ਲੋਕ ਧੁਨਾਂ ਤੇ ਗਾਉਣ ਦਾ ਹੁਕਮ। ਢਾਡੀ ਜਿੱਥੇ ਸੂਰਮਿਆਂ ਦੀਆਂ 12 ਰਚ ਕੇ ਗਾਉਂਦੇ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ 12 ਵੀ ਗਾਉਂਦੇ। ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 12 ਉਹਨਾਂ ਨਵੀਆਂ ਤੇ ਪ੍ਰਚਲਿਤ ਧੁਨਾਂ ਤੇ ਗਾਈਆਂ। 2 ਮਹੀਨੇ ਇਹ ਆਨੰਦ ਬਣਿਆ ਰਿਹਾ। ਧੁਨ ਜੁਤ 22 ਬਾਰ ਸੁਣਾਈ, 2 ਮਾਸ ਮਹਿ ਨਿਜ ਮਨ ਲਾਈ। ਧੁਨੀਆਂ ਗੁਰੂ ਜੀ ਨੂੰ ਇਤਨੀਆਂ ਚੰਗੀਆਂ ਲੱਗੀਆਂ ਕਿ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਇਹਨਾਂ ਵਿੱਚੋਂ 9 ਧੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾੜ ਦਿਓ। ਜੋ ਇਹ 12 ਇਹਨਾਂ ਧੁਨੀਆਂ ਤੇ ਸੁਣੇਗਾ ਉਸ ਦਾ ਚਿੱਤ ਇਕਾਗਰ ਹੋ ਜਾਏਗਾ। 9 ਧੁਨੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੋਈਆਂ। ਉਹ ਇਹ ਸਨ, ਮਾਝ ਕੀ ਬਾਰ। ਉਸ ਬਾਬ ਦੀ ਧੁਨ ਤੇ ਗਾਉਣ ਦਾ ਹੁਕਮ ਦਿੱਤਾ ਜਿਸ ਵਿੱਚ ਮਲਕ ਮਰੀਦ ਸੂਰਮੇ ਤੇ ਚੰਦਰਹਾੜਾ ਵਿਚਕਾਰ ਹੋਇਆ ਭਾਰੀ ਯੁੱਧ ਲਿਖਿਆ ਗਿਆ ਸੀ। ਮਲਕ ਮਰੀਦ ਸੂਰ ਚੰਦਰਹਾੜਾ ਯੁੱਧ ਪੂਰ, ਤਾਂ ਕੀ ਧੁਨ ਸੁਨ ਬਾਰ ਮਾਝ ਕੀ ਚੜਾਈ ਹੈ। ਗੌੜੀ ਕੀ ਬਾਰ, ਉਸ ਧੁਨੀ ਤੇ ਗਾਉਣੀ ਜਿਸ ਰਾਹੀਂ ਕਮਾਲ ਰਾਏ ਤੇ ਅਤ ਗੁੱਸੇ ਦੇ ਵਿੱਚ ਮੌਜਦੀਨ ਦੇ ਨਾਲ ਯੁੱਧ ਕੀਤਾ। ਕਮਾਲ ਰਾਏ ਧਾਰ ਕ੍ਰੋਧ
मौज दीन ज्यों कीनो जुद ताकि धुन सुन बार गौड़ी भी लिखाई है। आसा दी बार उस टुंडे अस राजे दी धुनी ते गाउणी जिस ने पहलां तां जुद कर भरा बैरी नूं हराया ते मगरों उस ਤੋਂ ਪਿੱਛੋਂ मदद करके जस खटिया। टुंडे अस भयो जस कीनो वड्डो जुद रस धुन सो अपार ताहें आसा बार पाई है। गुजरी की बार सिकंदर ते बराहम ने जिवे युद्ध लड़िया दी धुनी ते गाउणी। सिकंदर सो बड़ो बाल बराहम सो युद्ध पल तां की धुन बैरी दल गुजरी तराई है। बड़हंस की बार लल्ला बहलीमा दी बहादुरी दी धुन ते गाउण दा हुक्म कीता। सुन के धुन और लल्ला बहलीमा को है बड़हंस के माहें चढ़ाई। राम कली की बार जोधे पूरवाणी ने जिवे रण दे विच युद्ध मचा रौदर रस पैदा कीता उस दी धुनी ते गाउणी। जोध सो वीर भयो रणधीर पूरवाणी सौ रस रुदर मचाई सो धुन राम कली शुभ राग में होए दयाल गुरु जी लिखाई। सारंग की बार महमे हसने जिवे युद्ध कीता उस दी धुनी पकड़ी। महमे हसने जिम युद्ध कियो धुन सुंदर सारंग बार तराई। मलार की बार राणे कैलाश मालदेव ने जिवे युद्ध कीता उस दी धुनी ते ए बार गाउण दा हुक्म दिता। सोरठा पुन राणे कैलाश मालदेव जिम युद्ध कियो तह धुन गुरु प्रकाश मलार बार पैसो लिखी। कानड़ा की वार जद मूसे की धुनी दे विच गुरु जी ने सुनी तां बहुत ही खुश होए तां उसे ते गाण दा हुक्म कीता। मूसे बार की धुन सुनी श्री गुरु मन हरखाए बार कानड़े पर लिखी सो धुन गुर प्रगटाए। सो ਇਹ ਤਾਂ ਸੀ ਜ਼ਿਕਰ ਜਿਹੜਾ ਕਿ 12 ਦੀਆਂ ਧੁਨੀਆਂ ਦੇ ਬਾਰੇ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਇਹਨਾਂ ਵਿਚਾਰਾਂ ਨੂੰ ਅੱਗੇ ਵਧਾਵਾਂਗੇ। जपियो जिन अर्जन देव गुरु फिर संकट जोन गर्भ न आयो। जपियो जिन अर्जन देव गुरु फिर संकट जोन गर्भ न आयो। जपियो जिन अर्जन देव गुरु फिर संकट जोन गर्भ न आयो। 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 जपियो जिन अर्जन देव गुरु फिर संकट जोन गर्भ न आयो। जपियो जिन अर्जन देव गुरु फिर संकट जोन गर्भ न आयो। जब लो नहीं भाग ले लारे उदय तब लो भ्रमते फिरते बहुत आयो। जब लो नहीं भाग ले लारे उदय तब लो भ्रमते फिरते बहुत आयो।
ते फिरते बोतायो, तब लो प्रमते फिरते बोतायो, जपयो जिन अर्जन देव गुरु, फिर संकट जोन गर्भ न आयो, जपयो जिन अर्जन देव गुरु, फिर संकट जोन गर्भ न आयो। कल कोर समुद्र में बूढ़त थे, कब हूँ मिट है नहीं रे पछतायो, कल कोर समुद्र में बूढ़त थे, कब हूँ मिट है नहीं रे पछतायो, कब हूँ मिट है नहीं रे पछतायो, कब हूँ मिट है नहीं रे पछतायो, जपयो जिन अर्जन देव गुरु, फिर संकट जोन गर्भ न आयो, जपयो जिन अर्जन देव गुरु, फिर संकट जोन गर्भ न आयो, 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 जपयो जिन अर्जन देव गुरु, फिर संकट जोन गर्भ न आयो, जपयो जिन अर्जन देव गुरु, फिर संकट जोन गर्भ न आयो। तत विचार यह मथुरा, जग तारन को अवतार बनायो, तत विचार यह मथुरा, यह मथुरा, मथुरा जग तारण को अवतार बनायो, 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 तत विचार यह मथुरा, जग तारण को अवतार बनायो, तत विचार यह मथुरा, जग तारण को अवतार बनायो, जग तारण को अवतार बनायो, जग तारण को अवतार बनायो, जपयो जिन अर्जन देव गुरु, फिर
ਸੰਕਟ ਜੋਨ ਗਰਭ ਨ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ 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 ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ 97.3 FM ਤੇ। ਆਪ ਜੀ ਸਰਵਣ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। ਤੇ ਅੱਗੇ ਲੇਖਕ ਜਿਹੜਾ ਹੈ ਅਕਾਲ ਪੁਰਖ ਦੇ ਹੁਕਮ ਦੇ ਨਾਲ ਸ੍ਰੀ ਅਕਾਲ ਤਖਤ ਦੀ ਸਿਰਜਣਾ ਦੇ ਬਾਰੇ ਜ਼ਿਕਰ ਕਰਦਾ ਹੈ। ਲਿਖਦਾ ਹੈ ਕਿ ਗੁਰੂ ਪਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਅਧਿਆਏ 7ਵੇਂ ਤੇ 8ਵੇਂ ਦੇ ਵਿੱਚ ਹਾੜ ਪੰਚਵੀਂ ਕੋ ਦਿਨ ਜਾਨ ਸ੍ਰੀ ਗੁਰੂ ਊਧਮ ਕੀਨ ਮਹਾਨ ਗੁਰਦਾਸ ਬੁੱਢੇ ਕੋ ਲੈ ਨਿਜ ਸਾਥ ਤਖਤ ਆਰੰਭ ਕਰ ਦੀਨਾ ਨਾਥ ਜਹਾਂ ਭਗਵੰਤ ਥੀ ਆਗਿਆ ਦਈ ਤਹਾਂ ਆਰੰਭ ਗੁਰੂ ਜੀ ਕਈ। ਅਧਿਆਇ 8ਵਾਂ। ਐਤਵਾਰ ਦਾ ਦਿਨ ਸੀ। ਅਰਦਾਸ ਆਪੂ ਗੁਰੂ ਹਰਗੋਬਿੰਦ ਜੀ ਨੇ ਕੀਤੀ ਤੇ ਫਿਰ ਸੰਗਤਾਂ ਨੂੰ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਪਹਿਲੀ ਇੱਕ ਇੱਟ ਆਪ ਗੁਰੂ ਹਰਗੋਬਿੰਦ ਜੀ ਨੇ ਰੱਖੀ ਤੇ ਇਹ ਤਿਹਾਦ ਇਹ ਵਰਤੀ ਕਿ ਕਿਸੇ ਮਿਸਤਰੀ ਮਜ਼ਦੂਰ ਦਾ ਹੱਥ ਨਾ ਲੱਗੇ। ਕਰ ਅਰਦਾਸ ਸ੍ਰੀ ਸਤਿਗੁਰ ਪੁਨ ਪ੍ਰਸਾਦ ਵਰਤਾਏ ਦੋਹਰਾ। ਪ੍ਰਥਮ ਨੀਵ ਸ੍ਰੀ ਗੁਰੂ ਰੱਖੀ ਅਬ ਚਲ ਤਖਤ ਸੁਪਾਏ ਚੌਪਈ। ਕਿਸੀ ਰਾਜ ਨਹਿ ਹਾਥ ਲਗਾਇਓ ਬੁੱਢੇ ਔ ਗੁਰਦयास बनायो। गुरु जी ने आप ही नक्शा लिखिया कि कितना उच्चा रखना है दस दिता। ये भी भविष्यवाणी की कि समा पा के ये इतना सुंदर बन जाएगा कि स्वर्ग भी मात लगेगा। देश देशांतरां तो संगतां शास्त्र घोड़े लैके इत्थे पुजन लगियां। हाथी भी एक ने भेंट किया। वो आप जी ने ਢਾਡੀਆਂ ਨੂੰ ਦੇ ਦਿੱਤਾ। ਨਗਾਰਾ ਵੀ ਸਥਾਪਨ ਕਰ ਦਿੱਤਾ ਗਿਆ। ਢਾਡੀ ਵੀ ਮੰਗਵਾ ਲਏ। ਅਬਦੁੱਲਾ ਪ੍ਰਸਿੱਧ ਢਾਡੀ ਸੀ, ਪਰ ਨਗਾਰਾ ਬੜਾ ਸੁੰਦਰ ਵਜਾਉਂਦਾ ਸੀ। 20 ਦਿਨ ਵਿੱਚ ਤਖਤ ਬਣ ਗਿਆ ਤੇ 26ਵੇਂ ਦਿਨ ਤਖਤ ਤੇ ਜਾ ਬਿਰਾਜੇ। ਚਾਰੇ ਪਾਸੇ ਹੁਕਮਨਾਮੇ ਭੇਜ ਦਿੱਤੇ ਗਏ ਸਨ ਕਿ ਤਖਤ ਨਸ਼ੀਨੀ ਵਾਲੇ ਦਿਨ ਸੰਗਤਾਂ ਹੁੰਮ ਹਮਾ ਕੇ ਪੁੱਜਣ। 6ਵੇਂ ਪਾਤਸ਼ਾਹ ਨੇ ਕੇਸਰੀ ਬਾਣਾ ਸਜਾਇਆ, ਦਸਤਾਰ ਤੇ ਕਲਗੀ ਸਜਾਈ, ਵਾਹ ਤੇ ਬਾਜੂ ਬੰਦ ਸੀ। ਢਾਲ ਵੀ ਪਿੱਛੇ ਸੋਭ ਰਹੀ ਸੀ। 2 ਤਲਵਾਰਾਂ ਪਹਿਨੀਆਂ ਹੋਈਆਂ ਸਨ। ਅਕਾਲ ਪੁਰਖ ਨੇ ਫਿਰ ਆਗਿਆ ਕੀਤੀ ਕਿ ਤਖਤ ਤੇ ਬੈਠ ਕੇ ਦੁਸ਼ਟਾਂ ਦਾ ਨਾਸ਼ ਕਰੋ। ਮਹਾਰਾਜ ਨੇ ਵੀ ਹੱਥ ਜੋੜ ਕੇ ਨਿਮਰਤਾ ਵਿੱਚ ਕਿਹਾ ਕਿ ਅਸੀਂ ਤਾਂ ਵਾਹਿਗੁਰੂ ਦੇ ਦਾਸ ਹਾਂ ਤੇ ਸਾਡਾ ਕੰਮ ਨਿਰੋਲ ਅਰਦਾਸ ਕਰਨਾ ਹੈ। ਕਾਰਜ ਵਾਹਿਗੁਰੂ ਨੇ ਹੀ ਸਵਾਰਨੇ ਨੇ। ਵਾਹਿਗੁਰੂ ਨੇ ਕਿਹਾ ਕਿ ਤੁਸਾਂ ਨੇ ਜੋ ਇਸ ਦਾ ਨਾਂ ਅਕਾਲ ਤਖਤ ਰੱਖਿਆ ਹੈ, ਇਹੀ ਦੱਸ ਰਿਹਾ ਹੈ ਕਿ ਤੁਹਾਡੇ ਵਿੱਚ ਕਿੰਨੀ ਨਿਮਰਤਾ ਹੈ। ਆਪਣੇ ਨਾਂ ਤੇ ਤਖਤ ਨਹੀਂ ਕੀਤਾ। ਅਕਾਲ ਤਖਤ ਇਹ ਨਾਮ ਕਰ ਤੋਹੇ ਨਾਮ ਨਾ ਕੀਨ। ਅਕਾਲ ਪੁਰਖ ਬਾਚ ਸੀ ਕਿ ਤੁਸੀਂ ਹੁਣ ਤਖਤ ਤੇ ਬੈਠ ਕੇ ਸੋਭਾ ਪਾਓ ਤੇ ਆਪ ਹੀ ਬਾਦ ਸ਼ਾਸਤਰ ਇੱਥੇ ਟਿਕਾ ਦਿੱਤੇ ਜਾਣ। ਸ਼ਾਸਤਰ
ਦਾ ਆਦਰ ਮੇਰੀ ਹੀ ਪੂਜਾ ਸਮਾਨ ਹੈ। ਪਾਸ਼ੈ ਸ਼ਸਤਰ ਰੂਪ ਮੋਹਿ ਜਾਨੋ, ਮਮ ਪੂਜਾ ਕੀ ਇਹ ਠਾ ਮਾਨੋ। ਗੁਰੂ ਹਰਗੋਬਿੰਦ ਜੀ ਤਖਤ ਤੇ ਵੀਰ ਆਸਣ ਲਗਾ ਕੇ ਬੈਠੇ, ਚੌਂਕੜਾ ਨਹੀਂ ਮਾਰਿਆ। ਬਾਬਾ ਬੁੱਢਾ ਜੀ ਨੇ ਤਿਲਕ ਲਗਾ ਦਿੱਤਾ। ਅਸਲ ਵਿੱਚ ਸਭ ਵਾਹਿਗੁਰੂ ਦੇ ਹੁਕਮ ਨਾਲ ਹੋ ਰਿਹਾ ਸੀ। ਢਾਡੀ ਅਬਦੁੱਲਾ ਤੇ ਨੱਥ ਮੱਲ ਨੇ ਬਾਰ ਪੜੀ, ਸੱਚਾ ਤਖਤ ਸਹਾਇਓ ਸ੍ਰੀ ਗੁਰ ਪਾਏ ਕੈ, ਸ਼ਬ ਬਚਨੀ ਨਹਿ ਜਾਏ, ਕਹੋ ਕਿਆ ਗਾਏ ਕੈ। ਰੱਬ ਸੱਚ ਭਏ ਮਲੀਨ, ਸੁਧ ਰਸ ਦਿਖਾਏ ਕੈ, ਸ੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਏ ਕੈ। ਮੀਰ ਅਬਦੁੱਲਾ ਔ ਨੱਥਾ, ਜਸ ਕਹਿ ਬਨਾਏ ਕੈ। ਅੱਗੇ ਜਾ ਕੇ ਲਿਖਿਆ ਹੈ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਵਾਹਾਂ ਕੋਟਗੜ੍ਹ, ਦਰਬਾਜਾ ਬਲਖ ਵਖੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। 12 ਸੁਣ ਕੇ ਗੁਰੂ ਜੀ ਨੇ ਢਾਡੀਆਂ ਨੂੰ ਕਿਹਾ ਕਿ ਤੁਸੀਂ ਹੁਣ ਇੱਥੇ ਸਾਡੇ ਪਾਸ ਹੀ ਰਹੋ ਤੇ ਖੜੇ ਹੋ ਕੇ ਹਮੇਸ਼ਾ ਸੂਰਮਿਆਂ ਦੀਆਂ 12 ਸੁਣਾਓ। ਬਾਦ ਸਵੀ ਸੂਰਨ ਕੀ ਗਾਵੋ, ਠਾਡੋ ਆਗੇ ਨਿਤ ਸੁਨਾਵੋ। ਗੁਰੂ ਜੀ ਵੀਰ ਆਸਣ ਲਗਾ ਕੇ ਸ਼ਾਂਤ ਚਿੱਤ ਵਿਰਾਜ ਰਹੇ ਹਨ ਤੇ ਕਮਲ ਵਰਗੇ ਹੱਥਾਂ ਦੇ ਨਾਲ ਤੀਰ ਵੀ ਨਾਲੋਂ ਨਾਲ ਘੁਮਾ ਰਹੇ ਨੇ। ਗਲੇ 2 ਕਿਰਪਾਨਾਂ ਸਨ, ਪਿੱਠ ਪਿੱਛੇ ਢਾਲ ਸੀ, ਖੱਬੇ ਮੋਢੇ ਤੇ ਕਮਾਨ ਸਜਾਈ ਹੋਈ ਸੀ, ਜਿਸ ਦੀ ਸ਼ੋਭਾ ਬ੍ਰਹਮਾ ਦੇ ਧਨੁਖ ਨੂੰ ਵੀ ਮਾਤ ਪਾ ਰਹੀ ਸੀ, ਸਦਕੇ ਜਾਣ ਨੂੰ ਚਿੱਤ ਕਰਦਾ ਸੀ। ਵੀਰ ਬਰਾਸਰ ਸੋ ਨਿਦਾਸਨ, ਪੰਕ ਜਹਾਤ ਸੋ ਬਾਨ ਫਰਾਵੇ, ਕੰਠ ਵਿਖੇ ਅਸ ਦੋਏ ਬਿਰਾਜਤ, ਚਰਮ ਸੋ ਸੁੰਦਰ ਪੀਠ ਸੁਹਾਵੇ। ਬਾਵੇ ਹੀ ਹੱਥ ਵਿਖੇ ਧਨ ਰਾਜਤ, ਦੇਖ ਕਾਂਡੀਵ ਮਨੇ ਸੁਖ ਚਾਵੇ, सुंदर ऐसे स्वरूप के ऊपर दास कवि पिख के बल जावे। संगतां ने शास्त्र ते घोड़े भेटा कीते। आप जी दी आवाज़ ते 52 सूरमियां ने जवानियां भेट कीतियां। दृष्टि ऐसी उन्हां सूरमियां ते पाई कि उन्हां दी काया कल्प हो गई। ये बचन भी कहे, ये ना ख्याल करियो तुसी थोड़े हो, सब दरिया सोमियां विचों ही निकलदे ने। ਲੱਕੜ ਦੀ ਇੱਕ ਨਮਾਣੀ ਜਿਹੀ ਤੀਲੀ ਜੰਗਲ ਨੂੰ ਅੱਗ ਲਗਾ ਸਕਦੀ ਹੈ। ਤੁਸੀਂ ਤਾਂ ਭਲਾ ਗੁਰਸਿੱਖ ਹੋ, ਤੇ ਗੁਰਸਿੱਖ ਵੀ ਉਹ ਜਿਨ੍ਹਾਂ ਦਾ ਕਲੇਜਾ ਹੁਣੇ ਹੀ ਤੱਤੀ ਤਵੀ ਤੇ ਸਾੜਿਆ ਗਿਆ ਹੈ। ਮਾਝਾ ਦੁਆਬਾ ਤੇ ਕੁਝ ਮਾਲਵਾ ਵਿੱਚੋਂ ਵੀ ਆਏ ਸਨ। ਉਹਨਾਂ ਵਿੱਚ ਹਰ ਜਾਤ ਤੇ ਹਰ ਵਰਨ ਦੇ ਲੋਕ ਸਨ। ਬਵੰਜਾ ਵੀਰ ਬਪ ਧਰੇ ਨਵੀਨੇ, ਸ਼ੀਂਬੇ ਝੀਵਰ ਔਰ ਤਖਾਨ, ਨਾਈ ਗ੍ਰਹਿ ਉਤਰੇ ਸਭ ਆਨ। ਦੇਖਦੇ ਹੀ ਦੇਖਦੇ 400 ਹੋਰ ਸੂਰਮਿਆਂ ਨੇ ਵੀ ਆਪਾ ਭੇਟ ਕੀਤਾ। ਉਹਨਾਂ ਸੂਰਮਿਆਂ ਸਿਰਫ ਇਤਨਾ ਕਿਹਾ ਕਿ ਹੋਰ ਤਾਂ ਸਾਡੇ ਕੋਲ ਕੁਝ ਭੇਟ ਕਰਨ ਨੂੰ ਨਹੀਂ, ਸਿਰਫ ਸੀਸ ਹੀ ਹੈ, ਉਹ ਹਾਜ਼ਰ ਹੈ। ਨਹੀਂ ਡਿਗ ਦਰਵ ਜੋ ਪੂਜ ਚੜਾਵੇ, ਹਮ ਅਨਾਥ ਸਿਰ ਭੇਟਾ ਕੀਨੇ, दीन हेत सिर देहेंगे ऐस बात दरकीन। महाराज ये सुन के बहुत प्रसन्न हुए। पहले 4 सिपाह सलार गुरु जी ने थापे ते हर एक हेठ 100-100 सवार रखे। विदिया पैड़ा और पिराना, चौथा जेठा कहो बखाना, सहस सहस ताबिया इन दीने, ਚਾਰੋਂ ਸਿੱਖ ਸੈਨਾਪਤ ਕੀਏ। ਦਿਨ ਚੜ੍ਹਦੇ ਨੂੰ 2 ਜਾਮ ਰਹਿੰਦੇ ਤਾਂ ਗੁਰੂ ਹਰਗੋਬਿੰਦ ਜੀ ਉੱਠਦੇ, ਪਹਿਲਾਂ ਮਾਤਾ ਜੀ ਨੂੰ ਸੀਸ ਨਵਾਉਂਦੇ, ਅਸੀਸ ਪਾਉਂਦੇ, ਇਸ਼ਨਾਨ ਕਰਕੇ ਪਾਠ ਕਰਦੇ। ਹੁਕਮ ਦੇ ਰੱਖਿਆ ਸੀ ਕਿ ਪਾਠ ਕਰਦਿਆਂ ਕੁਝ ਵੀ ਹੋ ਜਾਵੇ,
ਉਹਨਾਂ ਨੂੰ ਬੁਲਾਇਆ ਨਾ ਜਾਏ। ਪਹਿਰੇ ਤੇ 2 ਸਿੱਖ ਰਹਿੰਦੇ। ਫਿਰ ਆਸਾ ਜੀ ਦੀ ਬਾਲ ਦਾ ਕੀਰਤਨ ਸੁਣਨ ਲਈ ਦਰਬਾਰ ਸਾਹਿਬ ਜਾਂਦੇ। ਦਿਨ ਚੜ੍ਹਨ ਵੇਲੇ ਭੋਗ ਪੈਂਦਾ ਤੇ ਫਿਰ ਕਥਾ ਹੁੰਦੀ। ਕਥਾ ਗੁਰੂ ਜੀ ਆਪ ਹੀ ਕਰਦੇ। ਆਨੰਦ ਸਾਹਿਬ ਦਾ ਪਾਠ ਹੁੰਦਾ ਤੇ ਕੜਾਹ ਪ੍ਰਸ਼ਾਦ ਵਰਤਦਾ। ਜਾਂ ਤੀਜੀ ਚੌਂਕੀ ਕੀਰਤਨ ਦੀ ਆਰੰਭ ਹੁੰਦੀ ਤਾਂ ਪ੍ਰਸ਼ਾਦ ਛਕਣ ਲਈ ਆ ਲੰਗਰ ਵਿੱਚ ਸੰਗਤਾਂ ਸਮੇਤ ਪੁੱਜਦੇ। ਫਿਰ 4 ਘੜੀਆਂ ਆਰਾਮ ਕਰਦੇ। ਆਰਾਮ ਕਰਨ ਉਪਰੰਤ ਸ਼ਿਕਾਰ ਤੇ ਚੜ੍ਹ ਪੈਂਦੇ। 400 ਸਵਾਰ ਨਾਲ ਹੀ ਹੁੰਦੇ। ਸ਼ਾਮ ਨੂੰ ਤਖਤ ਤੇ ਬਿਰਾਜਦੇ ਤੇ ਹੁਕਮ ਦਿੰਦੇ। ਲੋਕਾਂ ਦੀਆਂ ਪੀੜਾਂ ਹਰਦੇ। ਸਾਲਾਂ ਬੱਧੀ ਉਲਝੇ ਮਾਮਲੇ ਖਿੰਨ ਪਲ ਦੇ ਵਿੱਚ ਨਿਬੇੜ ਦਿੰਦੇ। ਫਿਰ ਸੋਦਰ ਦੀ ਚੌਂਕੀ ਸਰਵਣ ਕਰਦੇ ਤੇ ਇਸ ਤਰ੍ਹਾਂ ਕਰਨ ਲਈ ਦਰਬਾਰ ਸਾਹਿਬ ਪਹੁੰਚਦੇ। ਪੰਚਮ ਚੌਂਕੀ ਕਾਨੜਾ ਦੀ ਹੁੰਦੀ। ਸੋਹਲਾ ਦਾ ਪਾਠ ਸੁਣ ਮਹਿਲਾਂ ਨੂੰ ਵਿਸ਼ਰਾਮ ਕਰਨ ਲਈ ਤੁਰ ਜਾਂਦੇ। ਤਾਂ ਇਹ ਜਿੱਦਾਂ ਉਹਨਾਂ ਦਾ ਨਿਤ ਪ੍ਰਤੀ ਜਿਹੜਾ ਕਰਮ ਸੀ। ਇੱਥੇ ਹੀ ਅਸੀਂ ਆਪਣੀਆਂ ਜਿਹੜੀਆਂ ਵਿਚਾਰਾਂ ਨੇ ਅੱਜ ਦੇ ਲਈ ਸੰਕੋਚਦੇ ਹਾਂ। ਵਾਹਿਗੁਰੂ ਨੇ ਚਾਹਿਆ ਤੇ ਅਗਲੇ ਐਤਵਾਰ ਫਿਰ ਇਹਨਾਂ ਵਿਚਾਰਾਂ ਨੂੰ ਅੱਗੇ ਵਧਾਵਾਂਗੇ ਤੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਅਸੀਂ ਇੱਥੇ ਹੀ ਆਪ ਤੋਂ ਵਿਦਾਇਗੀ ਲੈਂਦੇ ਹਾਂ ਤੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਜੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। श्री रामदास तारणं तरणं, श्री रामदास तारणं तरणं, श्री रामदास तारणं तरणं, श्री रामदास तारणं तरणं, श्री रामदास श्री रामदास, श्री रामदास, श्री रामदास, श्री रामदास तारणं तरणं, श्री रामदास तारणं तरणं, श्री रामदास तारणं तरणं। अपयो हर नाम अखै निध चौं जुग, अपयो हर नाम अखै निध चौं जुग, गुर सेवा कर फल रहियन, गुर सेवा कर फल लहियन, गुर सेवा कर फल लहियन, श्री रामदास
शरण सुख पावे हैं। बंदे जो चरण शरण सुख पावे हैं। परमानंद गुरमुख कहियन। परमानंद गुरमुख कहियन। परमानंद गुरमुख कहियन। श्री रामदास तारण तरणं। श्री रामदास तारण तरणं। श्री रामदास श्री रामदास श्री रामदास श्री रामदास श्री रामदास तारण तरणं। श्री रामदास तारण तरणं। श्री रामदास तारण तरणं। परतख देह पार ब्रह्म स्वामी। परतख देह पार ब्रह्म स्वामी। आद रूप ओखण परणं। आद रूप पोखण परणं। आद रूप पोखण परणं। श्री रामदास तारण तरणं। श्री रामदास तारण तरणं। सतगुर गुर सेव अलख गत जाकी। सतगुर गुर सेव अलख गत जाकी। श्री रामदास तारण तरणं। 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 श्री रामदास श्री रामदास श्री रामदास श्री रामदास श्री रामदास तारण तरणं। श्री रामदास तारण तरणं। श्री रामदास तारण तरणं। श्री रामदास